ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਵਿਸ਼ਾ ਨਾਰੀ ਚੇਤਨਾ ਗੁਰਮਤ ਵਿੱਚ, ਗੁਰਬਾਣੀ ਦੇ ਵਿੱਚ ਜਿਸ ਦਾ ਅਸੀਂ ਸਿਰਲੇਖ ਰੱਖਿਆ, ਵੂਮਨ ਐਮਪਾਵਰਮੈਂਟ ਇਨ ਗੁਰੂ ਗ੍ਰੰਥ ਸਾਹਿਬ। ਅੱਜ ਅਸੀਂ ਜਿਸ ਜ਼ਮਾਨੇ ਵਿੱਚ ਵਿਚਰ ਰਹੇ ਹਾਂ, 21ਵੀਂ ਸ਼ਤਾਬਦੀ ਵਿੱਚ ਵਿਚਰ ਰਹੇ ਹਾਂ, ਵਿਗਿਆਨ ਤੇ ਟੈਕਨੋਲੋਜੀ ਨੇ ਬੁਲੰਦੀਆਂ ਛੂ ਲਈਆਂ ਨੇ, ਹਰ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ ਹੈ। ਅਜਿਹੀਆਂ ਖੋਜਾਂ ਹੋ ਰਹੀਆਂ ਹਨ ਕਿ ਸਰੀਰ ਦੇ ਅੰਦਰ ਅਤੇ ਬਾਹਰ ਹਰ ਅੰਗ ਦੇ ਸੂਖਮ ਤੋਂ ਸੂਖਮ ਹਿੱਸੇ ਤੋਂ ਪਰਦਾ ਉੱਠ ਚੁੱਕਿਆ ਹੈ, ਜਾਂ ਸਾਇੰਸ ਜਾਂ ਟੈਕਨੋਲੋਜੀ ਪਰਦਾ ਉਠਾ ਰਹੀ ਹੈ। ਦੁਨੀਆ ਵਿੱਚ ਕੀ ਵਾਪਰਨਾ ਹੈ, ਇਹ ਮਨੁੱਖੀ ਗਿਆਨ ਦਾ ਹਿੱਸਾ ਬਣ ਚੁੱਕਿਆ ਹੈ। ਬ੍ਰਹਮੰਡ ਕੀ ਹੈ, ਚੰਨ ਉੱਤੇ ਤੇ ਮੰਗਲ ਗ੍ਰਹਿ ਦੇ ਉੱਤੇ ਕਲੋਨੀਆਂ ਬਣਾਉਣ ਦੀਆਂ ਸੋਚਾਂ ਚੱਲ ਰਹੀਆਂ ਨੇ। ਦੁਨੀਆ ਬਦਲਾਵ ਦੀ, ਦੁਨੀਆ ਜਿਹੜੀ ਹੈ ਉਹ ਬਦਲਾਵ ਦੀ ਤਰਫ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਵਕਤ ਬਦਲ ਗਿਆ ਹੈ, ਮਾਹੌਲ ਬਦਲ ਗਿਆ ਹੈ, ਸਮਾਜ ਬਦਲ ਗਿਆ ਹੈ। ਇੱਥੋਂ ਤੱਕ ਕਿ ਇਨਸਾਨ ਵੀ ਅੱਜ ਦੇ ਇਸ ਚਕਾਚੌਂਧ ਸਮਾਜ ਦੇ ਵਿੱਚ ਬਦਲ ਗਿਆ ਹੈ। ਪਰ ਨਹੀਂ ਬਦਲਿਆ ਤਾਂ ਸਾਡਾ ਇਸਤਰੀ ਪ੍ਰਤੀ, ਨਾਰੀ ਪ੍ਰਤੀ ਸਾਡੀ ਸਦੀਆਂ ਪੁਰਾਣੀ ਜਿਹੜੀ ਜ਼ਹਿਨੀਅਤ ਹੈ ਉਹ ਨਹੀਂ ਬਦਲੀ। ਅੱਜ ਦੀ ਦੁਨੀਆ ਨੇ, ਜਦੋਂ ਅਸੀਂ ਦੇਖਦੇ ਹਾਂ ਇਸਤਰੀਆਂ ਨਾਲ ਜ਼ਿਆਦਤੀਆਂ, ਜੈਂਡਰ ਰੇਸ਼ੋ ਦੀ ਗੱਲ ਕਰੀਏ, ਘਰੇਲੂ ਹਿੰਸਾ ਦੀ ਗੱਲ ਕਰੀਏ, ਇਹ ਆਮ ਜੋ ਹੈ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ, ਮੀਡੀਆ ਵਿੱਚ ਦੇਖਦੇ ਹਾਂ। ਹਾਲਾਤ ਚਿੰਤਾਜਨਕ। ਸ਼ਾਇਦ ਇਸੇ ਲਈ ਸਾਨੂੰ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਿਲੇਟਡ ਜਿੰਨੇ ਸਬਜੈਕਟ ਹੈ, ਅਸੀਂ ਉਹਨਾਂ ਦੇ ਉੱਤੇ ਇਹ ਕੋਰਸ ਸ਼ੁਰੂ ਕੀਤਾ ਹੈ, ਤਾਂ ਅਸੀਂ ਜ਼ਰੂਰੀ ਸਮਝਿਆ ਕਿ ਅੱਜ ਜਿਹੜੇ ਹਾਲਾਤ ਨੇ, ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ ਔਰ ਕੀ ਜਿਹੜੇ ਸਾਡੇ ਆਸ-ਪਾਸ ਕੀ ਹੋ ਰਿਹਾ ਹੈ, ਉਸ ਬਾਰੇ ਅਸੀਂ ਦੇਖਣਾ ਹੈ। ਅੱਜ ਚਾਰੋਂ ਪਾਸੇ ਜਦੋਂ ਦੇਖਦੇ ਹਾਂ, ਭਰੂਣ ਹੱਤਿਆ ਦਾ ਵੀ ਵਿਰੋਧ ਹੋ ਰਿਹਾ ਹੈ, ਘਰੇਲੂ ਹਿੰਸਾ ਨੂੰ ਰੋਕਣ ਲਈ ਕਾਨੂੰਨ ਬਣ ਰਹੇ ਨੇ, ਇਸਤਰੀ ਨੂੰ ਸੰਵਿਧਾਨਕ ਤੌਰ ਤੇ ਬੜੇ ਹੱਕ ਦਿੱਤੇ ਜਾ ਰਹੇ ਨੇ, ਪੋਲਿਟਿਕਸ ਵਿੱਚ ਵੂਮਨ ਰਿਜ਼ਰਵੇਸ਼ਨਸ ਹੋ ਰਹੀਆਂ ਨੇ। ਤਾਂ ਕੀ ਇਹ ਸਭ ਨਾਲ ਇਸਤਰੀ ਦੀ ਜਿਹੜੀ ਸਥਿਤੀ ਹੈ ਸਾਡੇ ਸਮਾਜ ਵਿੱਚ ਕੀ ਬਦਲ ਗਈ ਹੈ? ਕਿ ਜਿਹੜਾ ਸਤਿਕਾਰ, ਜਿਹੜੀ ਐਕਸੈਪਟੈਂਸ ਸਾਨੂੰ ਦੇਣੀ ਚਾਹੀਦੀ ਹੈ ਇਸਤਰੀ ਨੂੰ, ਕੀ ਅਸੀਂ ਆਪਣੇ ਘਰਾਂ ਵਿੱਚ, ਸਮਾਜ ਵਿੱਚ, ਦੇਸ਼ ਵਿੱਚ ਜਾਂ ਕੌਮ ਵਿੱਚ ਦੇ ਰਹੇ ਹਾਂ? ਮੈਂ ਕਿੱਥੇ ਪੜ੍ਹ ਰਿਹਾ ਸੀ ਤੇ ਕੋਈ ਡਿਸਕਸ਼ਨ ਚੱਲ ਰਹੀ ਸੀ, ਤੇ ਉਸਨੇ ਬੜੀ ਕਮਾਲ ਦੀ ਗੱਲ ਕਹੀ। ਉਹਨੇ ਕਿਹਾ, ਦੇਖੋ ਫੀਮੇਲ ਦੀ ਨਾਲ ਦੇਖੋ ਕੀ ਵਿਡੰਪਨਾ ਹੋ ਰਹੀ ਹੈ ਇਸਤਰੀ ਨਾਲ, ਕਿ ਜੇ ਉਹ ਬਾਹਰ ਨਿਕਲਦੀ ਹੈ ਸੜਕਾਂ ਤੇ, ਮੁਹੱਲਿਆਂ ਤੇ, ਉਹਨਾਂ ਨਾਲ ਗੁੰਡਾਗਰਦੀ ਹੁੰਦੀ ਹੈ, ਤੇ ਘਰਾਂ ਦੇ ਵਿੱਚ ਮਰਦਗਰਦੀ ਦੀ ਸ਼ਿਕਾਰ ਹੈ ਇਸਤਰੀ। ਔਰ ਇੰਜ ਲੱਗਦਾ ਜਿਵੇਂ ਅਸੀਂ ਪੁਰਾਤਨ ਸਮੇਂ ਵੱਲ ਵਾਪਸ ਮੁੜ ਰਹੇ ਹਾਂ। ਕਿੱਥੇ ਦੇਖ ਰਹੇ ਸੀ ਸਮ੍ਰਿਤੀਆਂ ਦੇ ਵਿੱਚ, ਕਿੱਥੇ ਲਿਖਿਆ ਸੀ, ਜ਼ਿਕਰ ਸੀ ਕਿ ਨਾਰੀ ਜਦੋਂ ਕੁਆਰੀ ਹੈ ਤਾਂ ਪਿਤਾ ਦੇ ਅਧੀਨ ਰਵੇ। ਯਾਨੀ ਅਧੀਨਗੀ ਜਿਹੜੀ ਹੈ ਨਾਰੀ ਦੇ, ਜਿਹੜੀ ਹੈ ਮੱਥੇ ਤੇ ਲਿਖੀ ਹੋਈ ਹੈ। ਕੁਆਰੀ ਹੈ ਤਾਂ ਪਿਤਾ ਦੇ ਅਧੀਨ, ਵਿਆਹੀ ਹੋਈ ਹੈ ਤਾਂ ਪਤੀ ਦੇ ਅਧੀਨ, ਵਿਧਵਾ ਹੋ ਗਈ ਹੈ ਤਾਂ ਫਿਰ ਪੁੱਤਰ ਦੇ ਅਧੀਨ ਰਵੇ। ਇਸ ਤਰ੍ਹਾਂ ਦੀਆਂ ਪਰੰਪਰਾਵਾਂ ਜਿਹੜੀਆਂ ਨੇ ਚਲਦੀਆਂ ਆ ਰਹੀਆਂ ਸੀ। ਦਰਅਸਲ ਸਾਡੇ ਜਿੰਨੇ ਸ਼ਾਸਤਰ ਨੇ, ਸਾਡੀ ਸਭਿਅਤਾ ਹੈ, ਸਾਡੀ ਸਿੱਖਿਆ ਜਿਹੜੀ ਐਜੂਕੇਸ਼ਨ ਹੈ, ਇਹ ਪੁਰਸ਼ ਨੇ ਬਣਾਈ ਹੈ, ਪੁਰਸ਼ ਨੇ ਨਿਰਮਿਤ ਕੀਤੀ ਹੈ। ਇਸ ਲਈ ਬਿਨਾਂ ਕਿਸੇ ਦੇ ਪੁੱਛੇ ਪੁਰਸ਼ ਨੇ ਆਪਣੇ ਆਪ ਨੂੰ ਸੁਪੀਰੀਅਰ ਐਲਾਨ ਦਿੱਤਾ। ਔਰ ਜਿਵੇਂ ਹਜ਼ਾਰਾਂ ਸਾਲਾਂ ਤੋਂ ਸ਼ੂਦਰਾਂ ਨੂੰ ਸਮਝਾ ਦਿੱਤਾ ਗਿਆ ਕਿ ਤੁਸੀਂ ਸ਼ੂਦਰ ਹੋ, ਤੁਸੀਂ ਨੀਚੀ ਜਾਤ ਦੇ ਹੋ, ਤੁਸੀਂ ਸਿਰਫ ਮੈਲਾ ਢੋਣਾ ਹੈ। ਔਰ ਉਹ ਹੌਲੀ ਹੌਲੀ ਉਹ ਬੋਲੀ ਗਏ ਕਿ ਉਹ ਇਨਸਾਨ ਨੇ। ਉਹਨਾਂ ਨੇ ਆਪਣੇ ਆਪ ਨੂੰ ਹੀ ਐਕਸੈਪਟ ਕਰ ਲਿਆ ਕਿ ਅਸੀਂ ਸ਼ੂਦਰ ਹਾਂ। ਇਸੇ ਤਰ੍ਹਾਂ ਇਸਤਰੀ ਨੂੰ ਇਹ ਕਿਹਾ ਗਿਆ ਕਿ ਤੂੰ ਜੋ ਹੈ ਉਹ ਮਰਦ ਦੀ ਜਿਹੜੀ ਹੈ, ਮੇਲ ਦੀ ਜਿਹੜੀ ਹੈ, ਤੂੰ ਛਾਇਆ ਹੈ। ਇਹ ਸਮਾਜ ਪੁਰਸ਼ ਨਾਲ ਹੀ ਨਿਰਪਤ ਹੋਇਆ। ਇਹ ਸਮਾਜ ਦਾ ਸਾਰਾ ਆਚਰਣ, ਸਮਾਜ ਦੀ ਜੀਵਨ ਨੀਤੀ ਪੁਰਸ਼ ਨੇ ਨਿਰਧਾਰਿਤ ਕੀਤੀ ਹੈ। ਦੋ ਤਰੀਕੇ ਦੇ ਮਾਪਦੰਡ ਬਣਾ ਦਿੱਤੇ, ਪੁਰਸ਼ ਲਈ ਹੋਰ ਔਰ ਇਸ तो कहावत है ना, जिसकी लाठी उसकी भैंस। तो अपने लिए सारिया सुविधावां, अपने लिए अज दे सारे दरवाजे, आजादी दे दरवाजे खोल ले, लेकिन इस्त्री लिए सारे दरवाजे जिहड़े ने उन्हां दे उत्ते बंद लगा दिते। परिणाम साडे सामने है
ਇਹ ਜਿਤਨੀਆਂ ਵੀ ਘਰੇਲੂ ਸਮੱਸਿਆਵਾਂ ਨੇ ਜਾਂ ਅਸੀਂ ਆਸ-ਪਾਸ ਦੇਖਦੇ ਹਾਂ, ਤਾਂ ਇਹ ਗੱਲ ਨੂੰ ਅਸੀਂ ਅੱਜ ਸਮਝਣਾ ਅੱਜ ਦੇ ਇਸ ਵਿਸ਼ੇ ਵਿੱਚ ਕਿ ਇਹ ਸੱਚ ਨਹੀਂ ਕਿ ਇਸਤਰੀ ਕਈ ਰੂਪਾਂ ਦੇ ਵਿੱਚ ਪੁਰਸ਼ ਦੇ ਸਾਹਮਣੇ ਵਿਚਰਦੀ ਹੈ, ਪਰ ਇਸਤਰੀ ਦੇ ਕਿਸ ਰੂਪ ਨਾਲ ਪੁਰਸ਼ ਨੂੰ ਕਿਸ ਰੂਪ ਅਤੇ ਕਿਵੇਂ ਪੇਸ਼ ਆਉਣਾ ਹੈ, ਇਹਦਾ ਸਲੀਕਾ ਮੈਂ ਥੋੜੀ ਜਿਹੀ ਅਗਰ ਭਾਸ਼ਾ ਦੂਸਰੀ ਕਹਾਂ ਤੇ ਤਮੀਜ਼ ਇਹ ਅਜੇ ਸਿੱਖਣੀ ਬਾਕੀ ਮੈਨੂੰ ਲੱਗਦੀ ਹੈ। ਤਾਂ ਹੁਣ ਵਿਚਾਰਨ ਵਾਲੀ ਗੱਲ ਵੀ ਇਹ ਹੈ ਕਿ ਇਸਤਰੀ ਨਾਲ ਸੰਬੰਧਿਤ ਧਾਰਮਿਕ ਤੇ ਇਤਿਹਾਸਕ ਇਤਨੇ ਜ਼ਬਰਦਸਤ ਪੱਖ ਹੁੰਦੇ ਹੋਏ ਵੀ ਸਾਡੇ ਧਰਮ ਵਿੱਚ ਕਹਿ ਲਵਾਂ, ਸਾਡੀ ਸੰਸਕ੍ਰਿਤੀ ਵਿੱਚ ਕਹਿ ਲਵਾਂ, ਸਾਡੀ ਕੌਮ ਵਿੱਚ ਅੱਜ ਇਸਤਰੀ ਦੀ ਸਥਿਤੀ ਕੀ ਹੈ ਕਿ ਇਹ ਸੋਚਣ ਵਾਲੀ ਗੱਲ ਨਹੀਂ ਹੈ। ਔਰ ਬੇਚੈਨ ਕਰਨ ਵਾਲਾ ਤੇ ਹੈਰਾਨੀਜਨਕ ਪ੍ਰਸ਼ਨ ਵੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸਾਡੀ ਕੌਮ ਜਾਂ ਸਾਡਾ ਪਰਿਵਾਰ ਦੇ ਵਿੱਚ ਜਿਹੜਾ ਅੱਜ ਵੀ ਅਸੀਂ ਦੇਖਦੇ ਹਾਂ ਕਿ ਪਤਨੀਆਂ ਨਾਲ, ਮਾਵਾਂ ਨਾਲ, ਧੀਆਂ ਨਾਲ ਜੋ ਹੈ ਉਹ ਮਿਸਬਿਹੇਵ ਵੀ ਹੁੰਦਾ ਹੈ। ਜਦ ਕਿ ਮੁੱਕਦੀ ਗੱਲ ਇਹ ਸੀ ਕਿ ਗੁਰੂ ਨਾਨਕ ਸਾਹਿਬ ਨੇ ਭਾਰਤੀ ਪਰੰਪਰਾ ਦੇ ਦੱਸਿਆ ਕਿਹਾ ਸੀ ਕਿ ਇਹ ਇਸਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਚੰਗੇ ਨਾਗਰਿਕ, ਸਮਾਜ ਤੇ ਦੇਸ਼ ਦੀ ਉન્નਤੀ ਦੇ ਸਹਾਇਕ ਹੋਏ। ਗੁਰੂ ਨਾਨਕ ਨੇ ਇਸਤਰੀ ਨੂੰ ਸਿਰਫ ਸਤਿਕਾਰ ਹੀ ਨਹੀਂ ਦਿੱਤਾ, ਬਲਕਿ ਇਸਤਰੀ ਨਾਲ ਹੋ ਰਹੀਆਂ ਬੇਇਨਸਾਫੀਆਂ ਦਾ ਵਿਰੋਧ ਵੀ ਕੀਤਾ। ਗੁਰੂ ਨਾਨਕ ਸਾਹਿਬ ਨੇ ਸਮਾਜ ਅਤੇ ਧਰਮ ਦੀ ਉਸਾਰੀ ਲਈ ਇਸਤਰੀ ਨੂੰ ਬੰਦਾ ਸਥਾਨ ਦੇਣ ਦੀ ਗੱਲ ਕੀਤੀ। ਇਸੇ ਲਈ ਬਾਣੀ ਵਿੱਚ ਵੀ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਖੂਬਸੂਰਤ ਫਰਮਾਨ ਹੈ, ਜਾਗ ਸਲੋਨੜੀਏ। ਸਲੋਨੜੀ ਹੁੰਦੀ ਹੈ ਇੱਕ ਯੰਗ ਵੂਮਨ, ਉਹਨੂੰ ਜਾਗਣ ਲਈ ਕਿਹਾ। ਜਾਗਣਾ ਹੈ, ਜਾਗਣਾ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗ, ਆਪਣੇ ਫਰਜ਼ਾਂ ਦੇ ਪ੍ਰਤੀ ਜਾਗ, ਸਮਾਜ ਦੇ ਪ੍ਰਤੀ, ਧਰਮ ਦੇ ਪ੍ਰਤੀ, ਕਿਰਦਾਰ ਦੇ ਪ੍ਰਤੀ ਜਾਗ। ਤਾਂ ਇਹ ਸਾਡਾ ਅੱਜ ਦਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਇਸਤਰੀ ਦੀ ਚੇਤਨਾ ਬਾਰੇ ਸਾਨੂੰ ਕੀ ਕਹਿ ਰਹੇ ਨੇ। ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਵੰਡ ਜੰਮੀਏ ਵੰਡ ਨਿਮੀਏ, ਲੇਕਿਨ ਇਹ ਸਾਰਾ ਕੁਝ ਜਾਣਦੇ ਹੋਏ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤਨੀ ਇੱਜ਼ਤ ਦਿੱਤੀ ਗਈ ਹੈ, ਫਿਰ ਵੀ ਇਹ ਜੋ ਅੱਜ ਸਾਡੇ ਆਸ-ਪਾਸ ਵਾਪਰ ਰਿਹਾ ਇਹ ਕਿੱਥੇ ਨਾ ਕਿੱਥੇ ਇਹ ਬੜੀ ਚਿੰਤਨ ਵਾਲੀ ਗੱਲ ਹੈ। ਔਰ ਇਸੇ ਕੜੀ ਵਿੱਚ ਅਸੀਂ ਅੱਜ ਦਾ ਇਹ ਵਿਸ਼ਾ ਰੱਖਿਆ। ਇਹ ਵਿਸ਼ਾ ਸਾਡੇ ਵਿੱਚ ਭਾਵਨਾ ਮਲਿਕ ਜੀ ਨੇ, ਹਿੰਦੂ ਪਰਿਵਾਰ ਤੋਂ ਭਾਵੇਂ ਸੰਬੰਧਤ ਨੇ, ਲੇਕਿਨ ਜਿੰਨਾ ਉਹਨਾਂ ਨੂੰ ਗੁਰਮਤ ਦਾ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਸਾਡੇ ਨਾਲ ਇਹ ਗੁਰਮਤ ਕਾਲਜ ਦੇ ਵਿੱਚ ਇੱਕ ਐਜ਼ ਅ ਸਟੂਡੈਂਟ ਬਣ ਕੇ ਆਏ, ਕੋਰਸ ਕੀਤੇ, ਉੱਥੇ ਫਿਰ MA ਰਿਲੀਜੀਅਸ ਸਟੱਡੀ ਕੀਤੀ ਔਰ ਫਿਰ ਅੱਜ ਕੱਲ ਇਹ PhD ਕਰ ਰਹੇ ਨੇ ਕਿ ਕਨਸੈਪਟ ਆਫ ਐਜੂਕੇਸ਼ਨ ਦੇ ਉੱਤੇ ਇਨ ਗੁਰੂ ਗ੍ਰੰਥ ਸਾਹਿਬ ਤੇ ਬੁੱਧਿਜ਼ਮ ਤੇ। ਤਾਂ ਇਹ ਸਬਜੈਕਟ ਅੱਜ ਦਾ ਭਾਵਨਾ ਮਲਿਕ ਜੀ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਦੇ ਇਸ ਵਿਸ਼ੇ 'ਚ ਕਿ ਵੂਮਨ ਐਮਪਾਵਰਮੈਂਟ ਇਨ ਗੁਰੂ ਗ੍ਰੰਥ ਸਾਹਿਬ ਬਾਰੇ ਆਪਣੀ ਗੱਲ। ਭਾਵਨਾ ਜੀ। ਹਾਂਜੀ, ਰਿਸਪੈਕਟਡ ਚੇਅਰਮੈਨ ਸਰ ਜਗਜੀਤ ਕੌਰ ਜੀ, ਲਿਟਲ ਲਾਊਡਰ, ਔਰ ਇਸ ਕਲਾਸ ਵਿੱਚ ਜੁੜੇ ਹੋਏ ਸभी ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਕੁਝ ਪੰਕਤੀਆਂ ਤੋਂ ਮੈਂ ਇਸ ਟੌਪਿਕ ਨੂੰ ਸ਼ੁਰੂ ਕਰਾਂਗੀ। ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜਿਓ, ਜੋ ਵਸਤਨ ਤੈ ਦਿੱਤੀਆਂ ਮੈਂ ਤਿਸ ਪਿਓ ਲਾਗਾ ਚਿੱਤ ਜਿਓ, ਮੰਦਰ ਮਿਟੜੀ ਸੰਦਰੇ ਪੱਥਰ ਕੀਨੇ ਰਾਸ ਜਿਓ, ਹੋ ਇਨੀ ਟੋਲੀ ਪੁਲੀਅਸ ਤੇ ਸੰਤ न बैठी पास जियो। मटीरियल खुशी, मटीरियल चीज़ां, दुनियावी चीज़ां दी गल, सोने दी गल, महल दी गल, जेवरां दी गल, माणक दी गल, मंदिर मिचड़ी संदरे, ਇਹ ਜੋ ਪਰਮਾਤਮਾ ਦੇ ਨਾਲ ਗੱਲ ਹੋ ਰਹੀ ਹੈ, ਇਹ ਕੋਈ ਇਸਤਰੀ ਨਹੀਂ ਕਰ ਰਹੀ ਹੈ ਕਿ ਕੋਈ ਫੀਮੇਲ ਕਰ ਰਹੀ ਹੈ, ਇਹ ਜੀਵ ਇਸਤਰੀ ਗੱਲ ਕਰ ਰਹੀ ਹੈ। ਔਰ ਜੀਵ ਇਸਤਰੀ ਦੀ ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਹੋ ਰਹੀ ਹੈ ਤੇ ਉਹ ਪੁਰਸ਼ ਔਰ ਇਸਤਰੀ ਦੋਨਾਂ ਦੇ ਸੰਬੰਧ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਅਗਰ ਅਸੀਂ ਦੇਖੀਏ ਤੇ ਅੱਜ ਸਾਡੀ ਸਭ ਦੀ ਜੋ ਜੀਵਨ ਜਾਚ ਹੈ ਜਾਂ ਜੋ ਸਾਡਾ ਜੀਵਨ ਬਣ ਚੁੱਕਾ ਹੈ, ਅਸੀਂ ਸਾਰੇ ਇਸੀ ਅਵਸਥਾ ਦੇ ਵਿੱਚ ਹੀ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਇਹਨਾਂ ਚੀਜ਼ਾਂ ਨੂੰ ਬਣਾਉਣ ਵਿੱਚ ਕਮਾਣਾ ਬੁਰਾ ਨਹੀਂ ਹੈ, ਚੀਜ਼ਾਂ ਨੂੰ ਬਣਾਉਣਾ ਬੁਰਾ ਨਹੀਂ ਹੈ, ਲੇਕਿਨ ਇੱਕ ਟਾਈਮ ਦੇ ਆ ਕੇ ਫਿਰ ਸਾਨੂੰ ਲੱਗਦਾ ਹੈ ਕਿ ਜੋ ਕਰਨਾ ਚਾਹੀਦਾ ਸੀ ਉਹ ਅਸੀਂ ਨਹੀਂ ਕੀਤਾ।
ਸਰ ਨੇ ਹੁਣੇ ਜ਼ਿਕਰ ਕੀਤਾ ਕਿ ਜਿਸ ਟਾਈਮ ਵੀ ਔਰਤਾਂ ਦੇ ਨਾਲ ਜੋ ਵੀ ਹੋ ਰਿਹਾ, ਚਾਹੇ ਉਹ ਕਾਰਜ ਹੋ ਰਿਹਾ, ਸਮਾਜ ਵਿੱਚ ਹੋ ਰਿਹਾ, ਜਿਸ ਟਾਈਮ ਵੀ ਅਸੀਂ ਵੂਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵੰਨ ਸੁਵੰਨਤਾ ਦੀ ਗੱਲ ਕਰਦੇ ਨੇ, ਡਾਇਵਰਸਿਟੀ ਦੀ ਗੱਲ ਕਰਦੇ ਨੇ, ਰੰਗੀ ਰੰਗੀ ਭਾਂਤੀ ਕਰਦੇ। तो सब तो वड्डी डाइवर्सिटी दुनिया की जिहड़ी है वो एक स्त्री और पुरुष है, चाहे वो सोच है, चाहे वो फिजिकल फॉर्म है, जिस रूप भी है उन्होंने मानसिकता भी अलग है, व्यवहार भी अलग है, समाज उन्होंने रोल्स भी अलग है। तो जदों भी वूमन एम्पावरमेंट की गल होंदी है असीं इस कॉन्सैप्ट नूं बहुत नैगेटिव वे च लै जांदे हां, ओपोजिशन दे विच लै जांदे हां, कंपीटिशन दे विच लै जांदे हां। और जबकि अगर देखा जाए तो ये बहुत ही नोबल, प्योर और पायस कॉन्सेप्ट है। गुरु ग्रंथ साहब दे विच या तुसी किसी नूं भी एम्पावर करदे हो तो पहले तुसी खुद एम्पावर होंदे हो, तुसी किसी नूं मोटिवेट करदे हो तो पहले खुद मोटिवेट होंदे हो। तुसी आई वर्सेस दाउ, अस वर्सेस देम, मैन वर्सेस वुमन, ये कॉन्सेप्ट ही गलत है। एम्पावरमेंट का ये कॉन्सेप्ट है ही नहीं, चाहे वो गुरु ग्रंथ साहब विच होए, असीं अपनी जिंदगी च देखिए किते भी जिथे वर्सेस आएगा उत्थे कंपटीशन है, और जिथे कंपटीशन है उत्थे फिर असीं बराबरी दी गल ही नहीं कर सकदे कि उत्थे सानू साडा जो नजरिया एक दूजे की तरफ इस तरह लगता है कि एक मैं आइदर विद मी और अगेंस्ट मी। लेकिन गुरु ग्रंथ साहब दे विच इंटर डिपेंडेंस दी गल है और इंटर कनैक्टेड होने की गल है। ਤੁਸੀਂ ਇੱਕ ਸਮਾਜ ਦਾ ਵੀ ਅਸੀਂ ਹਿੱਸਾ ਵਾਂ ਔਰ ਅਸੀਂ ਇੱਕ ਪਰਿਵਾਰ ਦਾ ਹਿੱਸਾ, ਤੇ ਜੋ ਕੰਪੀਟੀਸ਼ਨ ਹੈ ਦੈਟ ਇਜ਼ ਐਕਚੁਅਲੀ ਕੋਆਪਰੇਸ਼ਨ ਦੀ ਤਰਫ ਸਾਨੂੰ ਆਉਣਾ ਪਏਗਾ, ਔਰ ਇੱਕ ਜਿਸ ਤਰ੍ਹਾਂ ਕੋਲੈਬੋਰੇਸ਼ਨ ਹੁੰਦੀ ਹੈ ਉਹਦੇ ਵਿੱਚ ਸਾਨੂੰ ਆਉਣਾ ਪਏਗਾ। ਅਸੀਂ ਟਰਮ ਹਮੇਸ਼ਾ ਬੋਲਦੇ ਹਾਂ ਕਿ ਫੈਮਿਨਿਜ਼ਮ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੈਮਿਨਿਜ਼ਮ ਦੀ ਗੱਲ ਹੈ, ਔਰ ਜਦੋਂ ਸਾਡੇ ਸਾਹਮਣੇ ਇੰਨੇ ਸਾਲਾਂ ਦੇ ਵਿੱਚ ਜਾਂ ਸਦੀਆਂ ਤੋਂ ਇਹ ਟੌਪਿਕ ਚੱਲਦਾ ਆ ਰਿਹਾ, ਅਸੀਂ ਫੈਮਿਨਿਜ਼ਮ ਨੂੰ ਦੇਖਿਆ ਪ੍ਰੋਟੈਸਟ ਦੀ ਫਾਰਮ ਦੇ ਵਿੱਚ, ਰੈਲੀਜ਼ ਦੀ ਫਾਰਮ ਵਿੱਚ, ਮੋਰਚਿਆਂ ਦੀ ਫਾਰਮ ਦੇ ਵਿੱਚ ਅਸੀਂ ਹਮੇਸ਼ਾ ਇਹਨਾਂ ਨੂੰ ਦੇਖਿਆ, ਚਾਹੇ ਉਹ ਲਿਵਿੰਗ ਰਿਲੇਸ਼ਨ ਨਿਕਲੇ ਹੋਣ, ਚਾਹੇ ਉਹ ਸਾਨੂੰ ਬੇਸ਼ਰਮੀ ਮੋਰਚਾ ਨਿਕਲਿਆ ਹੋਏ। ਆਵਾਜ਼ ਚੁੱਕਣਾ ਅੱਛਾ ਹੈ, ਪ੍ਰੋਟੈਸਟ ਕਰਨਾ ਅੱਛਾ ਹੈ, ਲੇਕਿਨ ਜਦੋਂ ਕੋਵਿਡ ਦੀ ਗੱਲ ਚੱਲੀ 2020 ਦੇ ਵਿੱਚ, ਜਦੋਂ ਲੋਕਡਾਊਨ ਲੱਗਾ, ਅੱਜ 2022 ਸੇ ਕਿੰਨੀਆਂ ਰੈਲੀਜ਼ ਨਿਕਲੀਆਂ, ਕਿੰਨੀ ਗੱਲ ਚੱਲੀ, ਕਿੰਨੇ ਪ੍ਰੋਟੈਸਟ ਚਲੇ, और कितने एक्टिविस्ट हैं जिन्होंने औरत की गल की नहीं की। तो क्या 3 सालों के विच वर्ल्ड ओवर सारी औरतां एम्पावर हो गई, सारी औरतां लिबरेट हो गई? जिथे जान का जिंदगी का सवाल पैदा हो गया उत्थे लोगों के बदल गए। कोविड ने सबकी जिंदगी के मायने बदल दिते, कोविड ने सबकी जिंदगी के दायरे बदल दिते, और असी जो इस टॉपिक के राही बहुत सारी मिथ असी अपने दिमाग विच लैके चलते हैं, और जनरलाइजेशन साड़ी शब्दावली दे विच भी आंदी है। औरत जात है, इहनूं कोई समझा नहीं सकता, औरत है आंसू ते इहदा हथियार है। और जदों असीं इह गल्लां करदे हां कि जात है इस तरह ही रहेगी, शी कैनॉट चेंज, एंड इट्स वाइस वर्सा, असीं पुरुषों दे उत्ते भी कटाक्ष करदे हां। तो गुरु साहब कह रहे हैं जानो जोत ना पुछो जाति, अगे जात ना एक। जात की गल जो असी अपने माइंड च रख दी कि कोई भी औरत जात, कोई भी पुरुष जात, इस तरह कटाक्ष गुरु साहब ने एम्पावरमेंट का नहीं दिता होया, ना ही लिबरेशन का दिता होया। गुरु ग्रंथ साहब दे विच जो आध्यात्मिक मुख सुर आध्यात्मिक है, लेकिन वो फेमिनिन आध्यात्मिकता है, उसका फेमिनिन परस्पेक्टिव है। मैस्कुलिन और फेमिनिन जो मैं गल कर रही हूँ, फेमिनिज्म और फेमिनिन दे विच बहुत फर्क है। मैस्कुलिन और फेमिनिन दो एनर्जीज हैं, और ये पुरुष और स्त्री जो असी बायोलॉजिकल लैके चलने हैं उन्होंने तो बिल्कुल अलग है। ये एनर्जीज हर एक दे विच यूनीवर्स इन्हां एनर्जीज के नाल ही बनिया। लेकिन गुरु ग्रंथ साहब दे विच जो फेमिनिन स्पिरिचुअलिटी है, जो असी हक्कां दी गल कर रहे हैं, हक्कां दे नाल साडी ड्यूटीज जुड़ियां होईयां ने। ਜਦੋਂ ਅਸੀਂ ਲਿਬਰੇਸ਼ਨ ਦੀ ਗੱਲ ਕਰ ਰਹੇ ਹਾਂ, ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਤਾਂ ਉਹਦੇ ਨਾਲ ਇੱਕ ਰਿਸਪੌਂਸਿਬਿਲਿਟੀ ਜੁੜੀ ਹੋਈ ਹੈ। ਰਾਈਟਸ ਵਿਦਾਊਟ ਡਿਊਟੀਜ਼ ਐਂਡ ਫਰੀडम ਵਿਦਾਊਟ ਰਿਸਪੌਂਸਿਬਿਲਿਟੀ ਦਾ ਕਨਸੈਪਟ ਕਿਤੇ ਨਹੀਂ ਆ। ਅਸੀਂ ਆਪਣੀ ਐਜੂਕੇਸ਼ਨ ਸਿਸਟਮ ਜਦੋਂ ਪੜ੍ਹਦੇ ਹਾਂ ਉਹਦੇ 'ਚ ਵੀ ਰਾਈਟਸ ਔਰ ਡਿਊਟੀਜ਼ ਇਕੱਠੇ ਹੀ ਆਉਂਦਾ, ਸਾਡੀ ਕਨਸਟੀਟਿਊਸ਼ਨ ਵਿੱਚ ਵੀ ਇਕੱਠਾ ਹੀ ਆਉਂਦਾ। ਜਦੋਂ ਅਸੀਂ ਇਸ ਟੌਪਿਕ ਨੂੰ ਸੁਣਨਾ ਹੈ ਤੇ ਅਸੀਂ ਅਗਰ ਪੁਰਸ਼ ਬਣ ਕੇ ਸੁਣਾਂਗੇ ਤਾਂ ਫਿਰ ਅਸੀਂ
ਇੱਕ ਵਨ ਸਾਈਡਡ ਅਪਰੋਚ ਲਵਾਂਗੇ, ਇਸਤਰੀ ਬਣ ਕੇ ਸੁਣਾਂਗੇ ਤਦ ਵੀ ਇੱਕ ਬਾਇਸਡ ਅਪਰੋਚ ਲਏਗੀ। ਗੁਰੂ ਸਾਹਿਬ ਜਦੋਂ ਮੈਂ ਫੈਮਿਨਿਨ ਸਪਿਰਿਚੁਅਲਿਟੀ ਕਹਿ ਰਹੀ ਹਾਂ, ਉਹ ਨਾਰੀ ਚੇਤਨਾ ਦੀ ਗੱਲ ਕਰ ਰਹੇ ਨੇ, ਫੈਮਿਨਿਨ ਕੌਨਸ਼ੀਅਸਨੈਸ ਦੀ ਗੱਲ ਕਰ ਰਹੇ ਨੇ, ਜਿਹਨੂੰ ਕਿ ਭਗਤ ਪੂਰਨ ਸਿੰਘ ਨੇ ਕਿਹਾ ਸੀ ਕਿ ਔਰਤ ਜਿਹੜੀ ਹੈ ਉਹ ਇੰਟਿਊਸ਼ਨ ਦੇ ਤਲ ਦੇ ਉੱਤੇ ਕੰਮ ਕਰਦੀ ਹੈ। ਉਹ ਜੋ ਸਮਾਜ ਵਿੱਚ ਕਰਦੀ ਹੈ, ਕਾਰਜ ਕਰਦੀ ਹੈ, ਇੰਟਿਊਸ਼ਨ ਦੇ ਲੈਵਲ ਦੇ ਉੱਤੇ ਚੱਲਦੀ ਹੈ। तो नारी चेतना जिससे हमें एक एक कण सदाए नार, स्पिरिचुअल इक्वालिटी की सारी जीव स्त्रियां ने, और जो पुरुष है वो सिर्फ परमात्मा है, बाकी सारी जीव स्त्रियां ने। तो जिससे हम असं एम्पावरमेंट की गल कर रहे हैं, तो जो असं साडे फिल्टर्स होंगे ने कि मैं एज अ मेल सुनना या मैं एज अ फीमेल सुनना है, उन्होंने बाउंड्रीज तो बाहर निकल के सानू इस टॉपिक में सुनना है तो समझना भी है। जिस टाइम स्पिरिचुअल इक्वालिटी आध्यात्मिक यूनिटी की गल मैं की है, अर्धनारीश्वर का सिद्धांत जिहड़ा है ईस्टर्न फिलॉसफी हिंदुइज्म के साडे सामने आंदा है, और उहदे विच पुरुष और प्रकृति के सुमेल नाल सृष्टि रचना हुंदी है। पुरुष कॉन्स्टेंट है, स्टैटिक है, और जो प्रकृति है वो डायनेमिक है और बहुत एक्टिव है। जो पुरुष प्रकृति को पढ़ो तो इस तरह लगता है कि दो एंटिटीज अलग अलग है, एक एंटिटी नहीं है, दो एंटिटीज हैं और उन्होंने भेद है। लेकिन गुरु ग्रंथ साहब के भेद बाउंड्रीज बिल्ड जो की हुई ने वो खत्म करके पुरख में नार, नार में पुरखा, बूझो ब्रह्म ज्ञानी। गुरु साहब ने साढ़े सामने यह थॉट रखता। हम एम्पावरमेंट जो असं गल करांगे तो पुरुष की होएगी, स्त्री की होएगी, दोनों की ही होएगी, क्योंकि दोनों ही एक राइट नॉलेज, राइट अंडरस्टैंडिंग हर एक को जरूरत है, और हर कोई अपनी किसी स्ट्रेस, हर कोई अपने किसी द्वंद दे विच ही जी रहा है। आदर्श मनुख की गल असीं करते हैं हमेशा, तो आदर्श मनुख के विच असीं गुरमुख का एग्जाम्पल देने, लेकिन गुरमुख इत्थे कोई मेल नहीं है। गुरमुख अपने आप में कुछ भी नहीं है जब तक वो सुहागण के गुण नहीं धारण कर लेंदा। जिस तरह गुरमुख की गल की है, सुहागण की गल की है, मनमुख की गल की है, दुहागन के बारे च बोलिया, ईयाणी सियाणी बत्ती सुलखनी। तो यह सोच के चलना कि गुरमुख के बारे जो कहा गया वो पुरुष को संबोधन है, सुहागन को जो कहा गया वो स्त्री को संबोधन है, इसका नहीं है। धर्म, अर्थ, काम और मोक्ष जदों भी असीं धर्म के खेतर की गल करते हैं तो यह चार पुरुषार्थ हर एक वास्ते ने, ये स्त्री और पुरुष का भेद ही नहीं है। तो इत्थे भी गुरु साहब ने कहा किव सचियारा होइए, किव कूड़े चिट्टे काल, दोनों के वास्ते बराबर है कि सच दे नाल दोनों ने जुड़ना है, कि सचियार दोनों ने बनना है। और जेंडर और वो बायोलॉजिकल ਇਹਦੇ ਵਿੱਚ स्त्री पुरुष है ही नहीं। मन मैदान कर टोए टिब्बे ला, जो असी अपने मन दिमाग दे विच बना लिया है, पुरुषां नूं तुसीं यह समझाओ, स्त्रियां नूं तुसीं ਇਹ ਸਾਰੀਆਂ चीज़ां साडे मन दे विच ਜਿਹੜੇ ਨੇ टोए टिब्बे ਜਿਹੜੇ खड्डे होंदे ने ना साडी जिंदगी नूं स्मूथ नहीं चलन देते। ਉਹਦੇ ਕਰਕੇ जो साडा बायस है, जो मिसकंसेप्शन है। एम्पावरमेंट, चाहे वो वुमेन एम्पावरमेंट है, अगर किसी गुरु ग्रंथ साहब में पढ़ो और समझो तो इतना ज़्यादा खूबसूरत कॉन्सेप्ट है कि तुहानू पूरा गुरु ग्रंथ साहब एक जीव स्त्री की आवाज़ है, पूरा गुरु ग्रंथ साहब एक फैमिनिन परस्पेक्टिव दे विच गल कर रहे, और उहदे विच तुहानू महसूस ही नहीं होंदा कि डिवीजन ही बिल्कुल जो असीं बैरियर बनाया वो बैरियर बिल्कुल मर्ज हो जाता है, और अपनी अपनी जिम्मेदारी और अपना अपना रोल सानू समाज दे विच समझ आंदा है, परिवार दे विच समझ आंदा है। चार टर्म्स अगर असीं लिख ही लईए ना सारे, तो लिबर्टी, लिबरेशन, एम्पावरमेंट, राइट्स, ये सारे असीं बहुत बोलते हैं। हुण लिबर्टी और लिबरेशन में बहुत फर्क है। लिबर्टी आउटवर्ड है, मेरी आज़ादी, मैनू किवें, अगर मैं लिस्ट भी बनाने नूं किसी भी इंसान नूं कह दो, वो 10 तो उत्ते चीज़ां गिन के नहीं लिख सकेगी कि आज़ादी उन्हें किस तरह, एजुकेशन चाहिए है, फाइनेंस चाहिए है, अपना जीवन साथी चुनना, अपनी ओपीनियन रखना, 5-6 तुसीं गिन लो, 10 तो ज़्यादा ऊपर आज़ादी के वास्ते कोई जाएगा नहीं। ये इंटरनल नहीं है। जदों लिबरेशन की गल असीं करदे हां ना, नारी मुक्ति की गल असीं करदे हां, तो इंटरनल लिबरेशन सानू अपनी अंदर की जर्नी जो करनी पड़ेगी, अपने अंदर दे जो साडा आध्यात्मिक स्वरूप है ਉਹਦੇ ਨਾਲ ਸਾਨੂੰ जुड़ना पड़ेगा।
एम्पावरमेंट मैनू कहते हैं कि मैनू शक्ति चाहिए, सशक्तिकरण चाहिए, मैं एम्पावर्ड होना चाहती हाँ। एम्पावरमेंट एनलाइटनमेंट के उत्ते खड़ी है। अगर तुसी सोचते हो कि एजुकेशन नाल जॉब नाल वो सब चीज़ां जरूरी ने, उन्होंने कोई नहीं नकार रहा। पढ़ाई भी जरूरी है, करियर भी जरूरी है, और जीवन एक अच्छा सानू कंफर्टेबल इज्जतदार जिंदगी सब कुछ जरूरी है। घूमना जरूरी है, खाना पीने की आज़ादी। लेकिन ਜਦੋਂ ਹੁਣ ਅਸੀਂ ਕੋਵਿਡ ਦੇਖਿਆ, ਜੋ ਕੋਵਿਡ ਦੇ ਵਿੱਚ ਹੋਇਆ, एजुकेशन लोगों की डिस्पाइट एजुकेशन अच्छी क्वालिफिकेशन नौकरी चली गई, लोगों को हाफ सैलरी के उत्ते काम करना पिया, बड़े परिवार दे विच उन्हां दे मैंबर्स की डेथ हो गई। ऐसे सारा आउटवर्ड ही साढ़े सामने आ गया ना, जिन्हां चीज़ां नूं असीं एम्पावरमेंट समझ रहे सी। फाइनेंस नूं असीं कहने आ कि पैसा होना चाहिए एम्पावरमेंट है, असीं पैसे नाल ऑक्सीजन नहीं खरीद पाए क्योंकि सी नहीं, असीं पैसे नाल जीवन और साह नहीं खरीद पाए। तो इसी करके जो साढ़े सामने सिचुएशंस आंदियां ने, असीं लोग घबरा जाने आ, डर जाने आ, जबकि जो रियलिटी है इस करके एम्पावरमेंट टू एनलाइटनमेंट नाल अगर असीं जोड़िए, असीं ये टर्म यूज करते हैं, एनलाइटन होना चाहिए, इवॉल्व होना चाहिए। लेकिन एनलाइटनमेंट ज्ञान के उत्ते खड़ा है, और एनलाइटनमेंट सत्य संतोष विचार के उत्ते खड़ा है। कि कोरी एम्पावरमेंट जो है आउटवर्ड एम्पावरमेंट है, अगर मैं अंदरों भी अपनी लिमिटेशंस अच्छा एक दिमागी प्रिजन, मेंटल प्रिजन दे विच आ, तो मेरी एनलाइटनमेंट की होएगी, मैं एम्पावर भी नहीं फील करांगी। और जिन्हों असी एम्पावरमेंट मन के चल रहे हैं, वो असी बाहरी चीज़ों के उत्ते पूरी तरह डिपेंडेंट है किसी भी तरीके। बहुत मैं देखा कि अगर असी न्यूज़पेपर्स देखिए तो हाईली क्वालिफाइड डॉक्टर्स हैं वो सुसाइड कर रहे हैं, लॉयर्स हैं वो सुसाइड कर रहे हैं। सिचुएशंस से आन गया जिंदगी दे विच, लेकिन अगर असी अपनी लाइफ की सिचुएशन नूं, रोजमर्रा की जिंदगी चैलेंजेस नूं नहीं एक्सेप्ट कर सकते, फेस नहीं कर सकते, तो किते ना किते साडे एम्पावरमेंट, साडी आज़ादी की परिभाषा अधूरी है। मैं गलत उन्हें नहीं कहूँगी, लेकिन अधूरी है। गुरु ग्रंथ साहब का जो भी फलसफा है, कोई भी एस्पेक्ट, कोई भी डायमेंशन जिंदगी की ह्यूमन लाइफ की लोगे अगर, वो कलैक्टिव है, इंक्लूसिव है, होलिस्टिक है। ਉਹਦੇ ਵਿੱਚ ਕਿਤੇ ਵੀ वन साइडेड अप्रोच नहीं है कि एक डायमेंशन ਨੂੰ ਤੁਸੀਂ ਠੀਕ ਕਰ ਲਓ ਤੇ ਬਾਕੀ ਛੋੜ ਦਿਓ। ਹੋਲਿਸਟਿਕ ਹੈ। ਔਰ ਗੁਣਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। एम्पावरमेंट गुणा ਦੇ ਉੱਤੇ ਟਿਕੀ ਹੋਈ ਹੈ। सच संतोख विचार की गुण ने सच की है, हाईएस्ट वैल्यू है, गुण है। और संतोख कंटेंटमेंट है। साड़ी अपनी ही एक्सेप्टेंस नहीं है, ਅਸੀਂ खुद ਨੂੰ ही एज अ वुमन एक्सेप्ट नहीं कर रहे। ਤੁਸੀਂ ਲੋਕਾਂ ਕੋਲੋਂ ਕਿਸ ਤਰ੍ਹਾਂ एम्पावरमेंट ਜਾਂ ਕਿਸ ਤਰ੍ਹਾਂ ਉਮੀਦ ਲਗਾ ਰਹੇ ਆ ਕਿ ਸਾਨੂੰ एम्पावर ਕਰ, ਕੋਈ ਕਿਸੇ ਨੂੰ एम्पावर ਕਰ ਹੀ ਨਹੀਂ ਸਕਦਾ ਜਦ ਤੱਕ ਕਿ ਅਸੀਂ ਆਪਣੇ ਅੰਦਰ ਆਪਣੀ ਵੈਲਿਊਜ਼ ਦੇ ਨਾਲ, ਆਪਣੇ ਰਿਜ਼ਰਵਸ ਔਰ ਰਿਸੋਰਸਸ ਨਾਲ ਨਹੀਂ ਜੁੜਦੇ। ਤੇ ਗੁਰੂ ਸਾਹਿਬ ਨੇ ਗੁਣਾਂ ਨਾਲ ਜੋੜਿਆ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਜ਼ੀਆ ਕਿੰਨੀ ਗੁਣੀ ਜੀ, सहज संतोख सुधारिया मिठा बोलनी। सहज भी है, संतोख भी है। सहज और संतोख का श्रृंगार है। जिन्हां चीज़ां नूं असीं कमजोरी या बैकवर्ड समझ के छोड़ रहे हैं, मैं इसलिए पूरे दोनों का ही संबोधन है क्योंकि गुरु ग्रंथ साहब है, गुरु साहब ने हमेशा दोनों नूं इकट्ठे लैके ही संबोधन, जीव इष्टि दोनों ही है तो दोनों नूं संबोधन किया हुआ है। ਅਸੀਂ ਉਹਨਾਂ ਚੀਜ਼ਾਂ ਨੂੰ छोड़ रहे हैं, चाहे वो सहज है, ठहराव है, चाहे वो कंटेंटमेंट है, अपनी रियलिटी ਨੂੰ एक्सेप्ट करना या सिचुएशन ਨੂੰ एक्सेप्ट करना है सारे। और वो चीज़ां वास्ते गुरु साहब सानू प्रेयर कर रहे हैं कि ਅਸੀਂ इमोशनली एक इमोशनल क्वेश्चन जिसका है साडा, ਇਹ ਸਾਰੇ ਸਾਡੇ ਮਾਨਸਿਕ ਤਲ ਦੇ ਨਾਰੀ ਚੇਤਨਾ ਦੀ ਹੈ, ਸਭ ਗੁਣ, ਸਾਰੇ ਗੁਣ ਨਾਰੀ ਚੇਤਨਾ ਦੇ ਨੇ। ਹੋਲਿਸਟਿਕ एम्पावरमेंट ਜਦੋਂ मैं कह रही हाँ कि वो साइकोलॉजिकल लेवल पे है, स्पिरिचुअल लेवल पे है, मॉरल लेवल पे है, सोशल लेवल पे। एक नारी होए अगर असी समाज जी रहे हैं तो मैं सिर्फ इंडिविजुअल लेवल पे नहीं जी रही, मैं परिवार के लेवल पे, समाज के लेवल पे भी जी रही हूँ, दिमागी तौर पे जी रही हूँ, आध्यात्मिक तौर पे जी रही हूँ। तो डिफरेंट मेरे भी डायमेंशन होंगे, उसी तरह हर किसी के डायमेंशन जिन्हों की एम्पावरमेंट की गल गुरु ग्रंथ साहब कर रहे हैं।
ਅਸੀਂ ਹਿੰਦੁਸਤਾਨ ਦੇ ਵਿੱਚ ਜੋ ਈਸਟਰਨ ਕਨਸੈਪਟ ਹੈ ਔਰ ਜੋ ਵੈਸਟਰਨ ਕਨਸੈਪਟ ਹੈ, ਵੈਸਟਰਨ ਕਨਸੈਪਟ ਟਿਕਿਆ ਹੋਇਆ ਹੈ ਆਈ ਮੀ ਮਾਈਸੈਲਫ, ਮੇਰੀ ਜੌਬ, ਮੇਰੀ ਲਾਈਫ, ਮੇਰਾ ਹਸਬੈਂਡ, ਮੇਰੇ ਬੱਚੇ। ਲੇਕਿਨ ਅਗਰ ਜਦੋਂ ਅਸੀਂ ਈਸਟਰਨ ਕਨਸੈਪਟ ਦੇਖਦੇ ਹਾਂ ਤਾਂ ਈਸਟ ਦਾ ਜਿਹੜਾ ਕਨਸੈਪਟ ਹੈ ਉਹ ਫੈਮਿਲੀ ਦੇ ਉੱਤੇ ਟਿਕਿਆ ਹੋਇਆ ਹੈ। ਅਸੀਂ ਸਮਾਜ ਦਾ ਵੀ ਹਿੱਸਾ, ਅਸੀਂ ਪਰਿਵਾਰ ਦਾ ਵੀ ਹਿੱਸਾ। ਔਰ ਅਗਰ ਜਿਵੇਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਮੈਂ ਆਪਣੀ ਮਿਹਨਤ ਨਾਲ ਪੜ੍ਹੀ ਹਾਂ, ਮੈਂ ਆਪਣੀ ਮਿਹਨਤ ਨਾਲ ਜੌਬ ਕਰ ਰਹੀ ਹਾਂ, ਲੇਕਿਨ किसी ने कार ਨੂੰ ਦੇਖਿਆ ਹੈ, ਕੋਈ ਤੇ ਸਹਾਇਕ ਰਿਹਾ ਕਿ ਮੈਂ ਜਾ ਕੇ ਪੜ੍ਹ ਪਾਈ ਹੈ ਨਾ, ਮੇਰੀ ਮਦਰ ਨੇ ਦੇਖਿਆ ਕਾਰ ਤੇ ਮੈਂ ਪੜ੍ਹ ਪਾਈ, ਕੋਈ ਇਨਸਾਨ ਨੇ ਘਰ ਸੰਭਾਲਿਆ ਤੇ ਮੈਂ ਜੌਬ ਕਰ ਪਾਈ ਹਾਂ। ਉਸੇ ਤਰ੍ਹਾਂ ਚਾਹੇ ਤੁਹਾਡੀ ਮੈਰਿਜ ਲਾਈਫ ਹੈ ਚਾਹੇ ਸਿੰਗਲ ਲਾਈਫ ਹੈ, ਕੋਈ ਵੀ ਇੰਡੀਪੈਂਡੈਂਟ ਨਹੀਂ ਚੱਲ ਰਿਹਾ। ਹਰ ਇਨਸਾਨ ਕਿਸੇ ਦੀ ਵਜ੍ਹਾ ਨਾਲ ਹੀ ਕਿਸੇ ਜਗ੍ਹਾ ਦੇ ਉੱਤੇ ਪਹੁੰਚ ਰਿਹਾ, ਚਾਹੇ ਉਹ ਕੰਮ ਹੈ, ਚਾਹੇ ਉਹ ਤੁਹਾਡੀ ਰੋਜ਼ਮर्रा ਦੀ ਜ਼ਿੰਦਗੀ ਹੈ, ਚਾਹੇ ਤੁਹਾਡਾ ਉਹ ਪ੍ਰੋਫੈਸ਼ਨ ਹੈ। ਅਸੀਂ ਕਨਸੈਪਟ ਨੂੰ ਬੜਾ ਇੰਪੋਰਟੈਂਟ ਆਪਣੀ ਜ਼ਿੰਦਗੀ 'ਚ ਮੰਨਿਆ। ਜਿਸ ਤਰ੍ਹਾਂ ਸਾਡੇ ਕੋਲ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਹੈ, ਜਦੋਂ ਤੁਹਾਡੇ ਕੋਲ ਪੈਸਾ, ਤੁਹਾਡੇ ਕੋਲ ਅੱਛੀ ਜੌਬ ਹੈ, ਬਿਜ਼ਨਸ ਹੈ, ਐਜੂਕੇਸ਼ਨ ਹੈ, ਤੀਸਰਾ ਤੁਹਾਡੇ ਕੰਟੈਕਟਸ ਹਨ, ਤੁਸੀਂ ਮਰ ਨਹੀਂ ਸਕਦੇ। ਇਹ ਸਭੀ ਦੇ ਮਾਇੰਡ 'ਚ ਹੁੰਦਾ ਕਿ ਇਹ ਤਿੰਨ ਚੀਜ਼ਾਂ ਸਾਡੇ ਕੋਲ ਲੈਣ ਤੇ ਸਭ ਕੁਛ ਹੈ। ਇਹ ਤਿੰਨੋਂ ਚੀਜ਼ਾਂ ਵੀ ਸਾਨੂੰ 3 ਸਾਲਾਂ ਦੇ ਵਿੱਚ ਬਚਾ ਨਹੀਂ ਸਕਿਆ ਸੀ। ਨਾ ਪੈਸਾ ਬਚਾ ਪਾਇਆ, ਨਾ ਕੰਟੈਕਟ, ਕਿਸੇ ਦੇ ਹੱਥ ਵਿੱਚ ਕੁਛ ਨਹੀਂ ਆ ਰਿਹਾ ਸੀ। ਡਾਕਟਰਸ ਨੂੰ ਸਮਝ ਨਹੀਂ ਆ ਰਿਹਾ ਸੀ। ਹਸਪੀਟਲ ਵਿੱਚ ਮੈਂ ਕਦੀ ਇਸ ਤਰ੍ਹਾਂ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਏਗਾ ਕਿ ਹਸਪੀਟਲ ਦੇ ਬਾਹਰ ਬੋਰਡ ਲੱਗ ਜਾਣ ਕਿ ਸਾਡੇ ਕੋਲ ਸਿਰਫ 2.5 ਘੰਟੇ ਦੀ ਆਕਸੀਜਨ ਹੈ ਔਰ ਪੂਰੇ ਪੇਸ਼ੈਂਟਸ ਇਸ ਤਰ੍ਹਾਂ ਚਲੇ ਜਾਣ। तो ਇਹ ਸੋਚਣਾ ਕਿ ਐਮਪਾਵਰਮੈਂਟ ਸਿਰਫ ਇਹਨਾਂ ਚੀਜ਼ਾਂ ਦੇ ਉੱਤੇ ਖੜੀ ਹੋਈ ਹੈ, ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਖੜੀ ਹੋਈ। ਐਮਪਾਵਰਮੈਂਟ ਮਨੁੱਖੀ ਰਿਸ਼ਤਿਆਂ ਦੇ ਉੱਤੇ ਖੜੀ ਹੋਈ ਹੈ ਔਰ ਐਮਪਾਵਰਮੈਂਟ ਤੁਹਾਡੀ ਆਪਣੇ ਰੁਜ਼ਗਾਰ, ਆਪਣੀ ਵੈਲਿਊਜ਼ ਦੇ ਉੱਤੇ ਖੜੀ ਹੋਈ ਹੈ। ਜੋ ਵੀ ਇੰਪੋਰਟੈਂਟ ਕਨਸੈਪਟ ਨੇ, ਜਦੋਂ ਮੈਂ ਫੈਮਿਨਿਨ ਸਪਿਰਿਚੁਅਲਿਟੀ ਦੀ ਗੱਲ ਕੀਤੀ ਹੈ, ਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਪੋਰਟੈਂਟ ਕਨਸੈਪਟਸ ਹਨ, ਬਾਣੀ, ਜੋਤ, ਸੁਰਤ, ਸੰਗਤ, ਸਮਿਤੀ ਤੋਂ ਆਇਆ ਔਰ ਸਮਿਤੀ ਦਾ ਅਰਥ ਹੈ ਪਰਮਾਤਮਾ ਦੀ ਬੇਟੀ। ਇਹ ਸਾਰੇ ਫੈਮਿਨਿਨ ਹਨ। ਬਾਣੀ ਫੈਮਿਨਿਨ ਹੈ, ਜੋਤ ਫੈਮਿਨਿਨ है, सूरत मुई सूरत बाद अंकार, तो सारी फेमिनिन ਹਨ। तो अन्नी इंपॉर्टेंस जो फेमिनिन परस्पेक्टिव ਦੀ ਹੈ, ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ, ਧਰਤੀ ਦੀ ਫੈਮਿਨਿਨ ਹੈ, तो उसके रीजन ਕੀ ਨੇ, ਉਹਨਾਂ ਦੇ ਗੁਣਾ ਕਰਕੇ। ਔਰ ਅਗਰ ਅਸੀਂ ਦੇਖੀਏ ਤੇ ਸਾਡੀ ਜ਼ਿੰਦਗੀ ਦੇ ਸਾਹਮਣੇ ਬਾਣੀ, ਜੋਤ, ਸੂਰਤ, ਔਰ ਸੂਰਤ ਦੇ ਤਲ ਦੇ ਉੱਤੇ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬ ਅਗਰ ਕਰਨਾ ਹੈ ਔਰ ਅੱਛੀ ਜ਼ਿੰਦਗੀ ਅਸੀਂ ਜੀਣੀ ਹੈ, ਤੇ ਸੂਰਤ ਦੇ ਤਲ ਦੇ ਉੱਤੇ ਅਸੀਂ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਸਾਈਕੋਲੋਜੀਕਲ ਲੈਵਲ ਦੇ ਵਿੱਚ ਹੁਣ ਜਿਸ ਤਰ੍ਹਾਂ ਮਾਨਸਿਕ ਤਲ ਦੇ ਉੱਤੇ ਸਾਡੀ ਜ਼ਿੰਦਗੀ ਦੇ ਵਿੱਚ ਚੈਲੰਜਸ ਹਨ, ਕਿਉਂਕਿ ਹੁਣ ਐਜੂਕੇਸ਼ਨ ਅਸੀਂ ਆ ਗਈ ਔਰ ਸਾਡੀ ਜੌਬਸ ਐਸੀਆਂ ਹੋ ਗਈਆਂ, ਜੌਬ ਮਿਲੀ ਨਹੀਂ, ਮਰਜ਼ੀ ਦੀ ਨਹੀਂ ਮਿਲੀ, ਮਿਲੀ ਤੇ ਉਹਦੇ ਬਹੁਤ ਜ਼ਿਆਦਾ ਸਟ੍ਰੈਸ ਆ ਗਿਆ। तो ਅਸੀਂ ਸਾਈਕੋਲੋਜੀਕਲ ਲੈਵਲ ਦੇ ਉੱਤੇ ਚਿੰਤਿਤ, ਔਰ ਗੁਰੂ ਸਾਹਿਬ ਵੀ ਕਹਿ ਰਹੇ ਨੇ ਚਿੰਤਿਤ ਹੀ ਦਿਖੇ ਸਭ ਕੋਈ। ਹਰ ਇਨਸਾਨ ਚਿੰਤਿਤ ਹੈ, ਵਰਿਡ ਹੈ ਆਪਣੇ ਵਾਸਤੇ। तो ਅਗਰ ਅਸੀਂ ਜੋ ਸਾਡਾ ਸਾਈਕੋਲੋਜੀਕਲ ਲੈਵਲ ਦੇ ਉੱਤੇ ਹੈ ਕਿ ਗੁਰੂ ਸਾਹਿਬ ਸਾਨੂੰ ਰਿਐਲਿਟੀ ਦੇ ਨਾਲ ਜੋੜਦੇ ਨੇ ਕਿ ਜਿਹੜਾ ਦੁੱਖ ਹੈ, ਸੁੱਖ ਹੈ, ਜ਼ਿੰਦਗੀ ਦੇ ਵਿੱਚ ਹਰ ਚੀਜ਼ ਆਏਗੀ। ਟੁੱਟ ਜਾਂਦੇ ਹਾਂ ਅਸੀਂ ਲੋਕ, ਜੋ ਵੀ ਸਿਚੁਏਸ਼ਨ ਆਉਂਦੀ ਹੈ ਅਸੀਂ ਨਹੀਂ ਫੇਸ ਕਰ ਪਾਉਂਦੇ, क्योंकि डेथ ਨੂੰ एक्सेप्ट करना बहुत मुश्किल है। जिस तरह मैं कह रही हूँ, लेकिन मैं देखी है डेथ 7 मंथ 2-7 ਮਹੀਨਿਆਂ ਦੇ ਵਿੱਚ ਮੈਂ ਆਪਣੇ ਫਾਦਰ ਔਰ ਆਪਣੀ ਸਿਸਟਰ ਨੂੰ ਖੋਇਆ। तो मैं अपने ही एक्सपीरियंस ਤੋਂ ਕਹਿ ਰਹੀ ਹਾਂ कि जो रियलिटी है ਉਹਨੂੰ एक्सेप्ट करना है, लेकिन अभी टेम्परेरी है, क्योंकि गुरु साहब कह रहे हैं दिल में जानो सब फिलहाल कि चेंज ਜਿਹੜਾ ਹੈ ਉਹ ਜ਼ਿੰਦਗੀ, चेंज इज द ओनली थिंग दैट इज कांस्टेंट। ਇਸ ਕਰਕੇ ਇਹ ਵੀ ਪਰਿਵਰਤਨ ਦਾ ਹਿੱਸਾ ਹੈ। ਜੋ ਵੀ ਸਾਡੇ ਲੌਸਸ ਨੇ ਇਹ ਸਾਡੇ ਦਿਮਾਗ ਦੇ ਉੱਤੇ ਅਸਰ ਪਾਉਂਦੇ ਨੇ। ਉਹ ਕਿਸ ਤਰ੍ਹਾਂ ਅਸੀਂ ਲੋਕ ਕਹਿੰਦੇ ਸਟਰੋਂਗ ਬਣ ਜਾਓ, ਮੈਂਟਲੀ ਸਟਰੋਂਗ ਬਣ ਜਾਓ। ਮੈਂਟਲੀ ਤੁਸੀਂ ਸਟੇਬਲ ਬਣਨਾ ਹੈ। ਸਟਰੋਂਗ ਤੇ ਤੁਸੀਂ ਆਪਣੇ ਆਪ ਹੀ ਬਣ ਜਾਓਗੇ। ਸਟਰੋਂਗ ਤੁਸੀਂ ਆਊਟਵਰਡ ਦਿਖਾਵੇ 'ਚ ਵੀ ਬਣ ਸਕਦੇ ਹੋ, ਲੇਕਿਨ ਸਟਰੋਂਗ ਨਹੀਂ, ਮੈਂਟਲ ਇਕੁਇਲਿਬਰੀਅਮ, ਜੋ ਨਰ ਦੁੱਖ में ਦੁੱਖ ਨਹੀਂ ਮਾਨੇ। ਗੁਰੂ ਸਾਹਿਬ ਨੇ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਫਲਸਫਾ ਸਾਨੂੰ ਦਿੱਤਾ ਕਿ ਅਸੀਂ ਲੋਕ ਉਹਨਾਂ ਚੀਜ਼ਾਂ ਨੂੰ, ਰਿਐਲਿਟੀ ਨੂੰ, ਗਿਆਨ ਨੂੰ, ਜਦੋਂ ਮੈਂ ਕਿਹਾ ਐਮਪਾਵਰਮੈਂਟ ਗਿਆਨ 'ਚ ਖੜੀ ਹੈ, ਤਾਂ ਮੌਤ ਦਾ ਵੀ ਗਿਆਨ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਇਹ ਆਉਣੀ ਹੈ। ਸੋਸ਼ਲ ਜਦੋਂ ਅਸੀਂ ਮੈਨ ਐਂਡ ਵੂਮਨ, ਕਿਉਂਕਿ ਅਸੀਂ ਅਮੂਮਨ
ਜਦੋਂ ਵੀ ਨਾਰੀ ਚੇਤਨਾ ਨਾਰੀ ਮੁਕਤੀ ਦੀ ਗੱਲ ਹੁੰਦੀ ਹੈ ਐਮਪਾਵਰਮੈਂਟ ਦੀ, तो ਅਸੀਂ ਹਮੇਸ਼ਾ ਮੈਨ ਵੂਮਨ ਕਹਿ ਦਿੰਦੇ ਹਾਂ, ਲੇਕਿਨ ਇਸਤਰੀ ਸਰ ਨੇ ਵੀ ਕਿਹਾ ਕਿ ਕਈ ਰੂਪਾਂ ਵਿੱਚ ਵਿਚਰਦੀ ਹੈ ਸਾਡੇ ਸਾਹਮਣੇ। ਤੁਸੀਂ ਫਾਦਰ ਡਾਟਰ ਦਾ ਰਿਸ਼ਤਾ, ਭਰਾ ਭੈਣ ਦਾ ਰਿਸ਼ਤਾ, ਪ੍ਰੋਫੈਸ਼ਨਲ ਰਿਸ਼ਤਾ, ਦੋਸਤੀ ਦਾ ਰਿਸ਼ਤਾ, तो ਤੁਸੀਂ ਸਿਰਫ ਮੈਨ ਵੂਮਨ ਨਹੀਂ, ਲੇਕਿਨ ਇੱਕ ਔਰ ਲੜਕੀ ਦੀ ਜਿਹੜੀ ਜਰਨੀ ਹੈ ਉਹ ਫਿਰ ਇੱਕ ਦਿਨ ਗ੍ਰਸਤ ਦੇ ਵਿੱਚ ਆਣੀ ਹੈ। ਤੇ ਜਦੋਂ ਅਸੀਂ ਸੋਸ਼ਲ ਡਾਇਮੈਂਸ਼ਨ ਨੂੰ ਲੈਂਦੇ ਹਾਂ ਤੇ ਕਬੀਰ ਗ੍ਰੰਥਾਵਲੀ ਚਾਹੁੰਦਾ ਹੈ ਕਿ ਨਾਰੀ ਨਸਾਵੇ तीन सुख जो नर पासे होए। तीन सुख नारी खत्म ही कर देंदी ਜਿਹੜੇ ਪੁਰਸ਼ ਦੇ ਕੋਲ ਹਨ, ਭਗਤ ਮੁਗਤ ਨਿਜ ਗਿਆਨ में पैस न सके होए, कि ਜਿਹੜੀ ਭਗਤੀ ਹੈ ਔਰ ਜਿਹੜਾ ਗਿਆਨ ਹੈ ਔਰ ਮੁਕਤੀ ਹੈ ਉਹ ਸਿਰਫ ਪੁਰਸ਼ ਕੋਲ ਹੈ, ਔਰ ਇਸਤਰੀ ਜਦੋਂ ਸੰਪਰਕ ਚ ਆਉਂਦੀ ਹੈ ਤੇ ਉਹ ਚੀਜ਼ਾਂ ਕੋਲ ਆਉਂਦੀ ਹੈ। ਲੇਕਿਨ ਇਸੇ ਫਲਸਫੇ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਹੀ ਅਲੱਗ ਨਾਰੀ ਦਾ ਮੁਕਾਮ ਰੱਖਿਆ ਗੁਰੂ ਸਾਹਿਬ ਨੇ ਕਿ ਉਹਨੂੰ ਰੁਕਾਵਟ ਨਹੀਂ ਮੰਨਿਆ। ਬਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੂੰ ਕੁੰਜੀ ਉਹਨਾਂ ਦੀ ਵਾਰਾਂ ਨੂੰ ਕਿਹਾ ਜਾਂਦਾ ਹੈ। ਉਹ ਕਹਿ ਰਹੇ ਨੇ ਲੋਕ ਵੇਦ ਗੁਣ ਗਿਆਨ में अर्ध शरीरी मोक्ष द्वारी। मोक्ष का द्वार उन्होंने नारी ਨੂੰ ਦੱਸਿਆ। तो सोशल रेलेवेंस सोशल रेलेवेंस और सोशल इंपॉर्टेंस ਜਿਹੜੀ ਇਸਤਰੀ ਦੀ ਹੈ। ਅਸੀਂ ਬੋਲ ਦਿੰਦੇ ਹਾਂ ਨਾ ਸਿਰਫ ਦੋ ਪੰਕਤੀਆਂ सो क्यों मंदा आखिए जिस जन्मे राजा, तो सिर्फ इतना ही तो नहीं है, नारी का पूरा रोल गुरु साहब ने दस्या कि पंडो होवे दोस्ती पंडे चले राहो, कि ਉਹਦੇ थ्रू रिलेशनशिप ਚੱਲਣਗੇ। ਘਰ ਦੀ ਕੋਈ ਵੀ ਲੇਡੀ ਹੋਏਗੀ ਜਿਸ ਰੂਪ ਵਿੱਚ ਵੀ ਹੋਏਗੀ, ਇੱਕ ਉਹਨੇ ਬ੍ਰਿਜ ਬਣਨਾ ਹੈ, ਦੋ ਜਨਰੇਸ਼ਨ ਦੇ ਵਿੱਚ ਵੀ ਬ੍ਰਿਜ ਬਣਨਾ, ਰਾਦਰ ਤਿੰਨ ਜਨਰੇਸ਼ਨ ਦੇ ਵਿੱਚ in-laws ਨੇ, ਹਸਬੈਂਡ ਨੇ, ਫਿਰ ਅੱਗੋਂ ਬੱਚੇ ਨੇ। तो ना जो इस्त्री है ਉਹਦਾ ਬਹੁਤ ਇੰਪੋਰਟੈਂਟ ਰੋਲ ਮੰਨਿਆ ਜਾਂਦਾ ਹੈ। ਰਿਲੇਸ਼ਨਸ਼ਿਪ ਮੈਨੇਜਮੈਂਟ ਅਗਰ ਅਸੀਂ ਗੱਲ ਕਰੀਏ ਤਾਂ ਰਿਲੇਸ਼ਨਸ਼ਿਪ ਨੂੰ ਬਣਾਉਣ ਵਿੱਚ ਉਹਦਾ ਬੜਾ ਵੱਡਾ ਰੋਲ ਹੈ। ਦੈਨ ਮੋਰਲ ਡਾਇਮੈਂਸ਼ਨ, ਇਹ ਐਮਪਾਵਰਮੈਂਟ ਦੇ ਡਾਇਮੈਂਸ਼ਨ ਨੇ ਸਾਰੇ। ਅਧਿਆਤਮਿਕ ਤਲ ਤੇ ਗੁਰੂ ਸਾਹਿਬ ਨੇ ਸਾਨੂੰ ਬਰਾਬਰੀ ਦਿੱਤੀ ਹੈ, ਬਿਲਕੁਲ ਜੀਵ ਇਸਤਰੀ ਕਿਹਾ ਤੇ ਪੁਰਸ਼ ਇਸਤਰੀ ਨੂੰ ਬਿਲਕੁਲ ਬਰਾਬਰ ਗਿਆਨ ਦੇ ਤਲ ਤੇ ਬਰਾਬਰ ਲਿਆ। ਅਸੀਂ ਲੋਕ ਤੇ ਉਸ ਲੈਵਲ ਦੇ ਉੱਤੇ ਆ ਕਿ ਅਸੀਂ ਸਬਜੈਕਟਸ ਨੂੰ, ਨੌਲੇਜ ਨੂੰ ਵੀ ਜੈਂਡਰ ਨਾਲ ਜੋੜਦਾ ਹੈ ਕਿ ਮੈਥ ਇੰਜੀਨੀਅਰਿੰਗ ਲੜਕਿਆਂ ਦਾ ਸਬਜੈਕਟ ਹੈ, ਆਰਟਸ ਲੜਕੀਆਂ ਦਾ। ਹੁਣ ਚੀਜ਼ਾਂ ਬਦਲ ਗਈਆਂ, ਲੇਕਿਨ ਨਾ ਗਿਆਨ ਨੂੰ ਜੈਂਡਰ ਨਾਲ ਜੋੜਿਆ ਗੁਰੂ ਸਾਹਿਬ ਨੇ, ਔਰ ਜੈਂਡਰ ਜਾਂ ਇਹ ਬਾਇਓਲੋਜੀਕਲ ਸੈਕਸ ਮੇਲ ਫੀਮੇਲ ਦੀ ਬਾਉਂਡਰੀ ਰੱਖੀ ਨਹੀਂ ਗੁਰੂ ਸਾਹਿਬ ਨੇ ਕਿਤੇ। ਮੋਰਲ ਡਾਇਮੈਂਸ਼ਨ ਸਾਨੂੰ ਡੇਲੀ ਹੁਣ ਤੇ ਇਸ ਤਰ੍ਹਾਂ ਦੀ ਸਾਡੀ ਜ਼ਿੰਦਗੀ ਬਣ ਚੁੱਕੀ ਹੈ ਕਿ ਮੋਰਲ ਡਾਇਲੇਮਾ ਕਰੀਏ ਨਾ ਕਰੀਏ, ਟੂ ਬੀ ਔਰ ਨਾਟ ਟੂ ਬੀ ਜਿਸ ਤਰ੍ਹਾਂ ਹੁੰਦਾ ਸਾਡੇ ਸਾਹਮਣੇ ਰੋਜ਼ ਹੈ। ਬਹੁਤ ਵਾਰੀ ਸਾਨੂੰ ਕੰਪਰੋਮਾਈਜ਼ ਕਰਨੇ ਪੈਂਦੇ ਨੇ, ਚਾਹੇ ਉਹ ਜੌਬ ਵਿੱਚ ਹੈ, ਕਿਉਂਕਿ ਅਸੀਂ ਲੋਕ ਸੱਚ ਨਾਲ ਜਾਂ ਅਸੀਂ ਰਿਐਲਿਟੀ ਨਾਲ ਜਾਂ ਆਪਣੇ ਅੰਦਰ ਦੀ ਸਟਰੈਂਥ ਨਾਲ ਅਸੀਂ ਨਾ ਤਾਂ ਟੈਕ ਕਰਦੇ ਹਾਂ ਨਾ ਜੁੜਦੇ ਹਾਂ। तो एक कॉम्प्रोमाइज, फिर दूजा कॉम्प्रोमाइज, फिर तीसरा, और लड़ी बन जाती उन्होंने कॉम्प्रोमाइज की। तो गुरु साहब ਇੱਥੇ ਵੀ ਦੋਨਾਂ ਨੂੰ ਮਤਲਬ ਦੋਨਾਂ ਇਸਤਰੀ ਪੁरुष ਨੂੰ ਐਡਰੈਸ ਕਰ ਰਹੇ ਨੇ ਕਿ ਰੰਨਾ ਹੋਈਆਂ ਬੋਦੀਆਂ पुरुष ਹੋਏ ਸਰਿਆਦ, ਕੁਛ ਸੀਲ ਸੰਜਮ ਪੰਨੀ ਖਾਣਾ ਖਾ ਆਹਾਲ, ਕਰਮ ਗਈ ਕਰ ਆਪਣੇ ਪਤ ਉੱਠ ਚੱਲੀ ਨਾਲ। ਕਿਤੇ ਵੀ ਉਹਨਾਂ ਨੇ ਪੁरुष ਨੂੰ ਨਹੀਂ ਦੱਸਿਆ ਕਿ ਉਹ ਬਿਲਕੁਲ ਠੀਕ ਹੈ, ਔਰ ਕਿਤੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਸਤਰੀ ਬਿਲਕੁਲ ਠੀਕ ਹੈ। ਦੋਨਾਂ ਨੂੰ ਸੰਬੋਧਿਤ ਕੀਤਾ ਔਰ ਦੋਨਾਂ ਦੇ ਵਾਸਤੇ ਰੱਖਿਆ ਕਿ ਮੋਰਲੀ ਅਪਰਾਈਟ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਡੂਜ਼ ਐਂਡ ਡੋਂਟਸ, ਰਾਈਟ ਐਂਡ ਰੋਂਗ ਤੁਹਾਡੀ ਲਾਈਫ ਵਿੱਚ ਬੜਾ ਕਲੀਅਰ ਹੋਣਾ, ਕਿਉਂਕਿ ਅਗਰ ਤੁਹਾਨੂੰ ਵੈਲਿਊਜ਼ ਦਾ, ਤੁਹਾਡਾ ਵੈਲਿਊਜ਼ ਦਾ, ਹੁਣ ਵੈਲਿਊਜ਼ ਇਸ ਤਰ੍ਹਾਂ ਨੇ ਕਿ ਪਰਸਨ ਟੂ ਪਰਸਨ ਵੈਲਿਊ ਬਦਲ ਰਹੀ ਹੈ, ਵੈਲਿਊਜ਼ ਦੇ ਵਿੱਚ ਸ਼ਿਫਟ ਹੈ। ਜੋ ਤੁਹਾਡੇ ਵਾਸਤੇ ਸਹੀ ਹੈ ਹੋ ਸਕਦਾ ਮੇਰੇ ਵਾਸਤੇ ਗਲਤ ਹੈ, ਔਰ ਜੋ ਮੇਰੇ ਵਾਸਤੇ ਠੀਕ ਹੈ ਉਹ ਤੁਹਾਡੇ ਵਾਸਤੇ। ਇਸ ਕਰਕੇ ਤੁਹਾਡੀ ਵੈਲਿਊਜ਼ ਦਾ ਕਰੈਕਟ ਹੋਣਾ ਔਰ ਤੁਹਾਡੇ ਵੈਲਿਊਜ਼ ਉੱਤੇ ਕਲੈਰਿਟੀ ਹੋਣਾ ਬਹੁਤ ਜ਼ਰੂਰੀ ਹੈ। ਧਰਮ ਸ਼ਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਦੇ ਨਾਲ, ਜਿਸ ਤਰ੍ਹਾਂ ਅਸੀਂ ਆਪਣੇ ਆਸ-ਪਾਸ ਵੀ ਸਾਰਾ ਵਰਤਾਰਾ ਦੇਖ ਰਹੇ ਹਾਂ, ਚਾਹੇ ਕੰਮ ਵਿੱਚ ਹੈ, ਜੀਵਨ ਵਿੱਚ ਹੈ, ਸਮਾਜ ਵਿੱਚ ਹੈ, ਤਾਂ ਸਾਨੂੰ ਇਹ ਲੱਗਦਾ ਕਿ ਪੰਕਤੀਆਂ ਇਹਦੀਆਂ ਕਰੈਕਟ ਨੇ ਔਰ ਰਾਈਟ ਨੌਲੇਜ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਜੋ ਨੌਲੇਜ ਹੈ ਬੜੀ ਪੋਜ਼ਿਟਿਵ ਨੌਲੇਜ ਹੈ, ਸਾਨੂੰ ਸਟਰੈਂਥ ਆਏਗੀ ਹੀ ਆਏਗੀ ਔਰ ਇੱਕ ਕਲੈਰਿਟੀ ਸਾਨੂੰ ਮਿਲਦੀ ਹੈ ਕਿ ਲਾਈਫ ਦੇ ਵਿੱਚ ਅਸੀਂ ਕੀ ਕਰਨਾ ਜਾਂ ਰਾਈਟ ਐਂਡ ਰੋਂਗ ਦੇ ਕੀ ਡਿਸੀਜਨ। ਹੁਣ ਯੂਨੀਵਰਸਿਟੀਜ਼ ਦੇ ਵਿੱਚ ਯੂਥੇਨੇਸੀਆ ਦਾ ਕਨਸੈਪਟ ਆ ਗਿਆ ਕਿ ਅਗਰ ਕੋਈ ਵੈਂਟੀਲੇਟਰ ਤੇ ਮਰਸੀ ਡੈਥ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ ਹੈ,
तो ਇਹ ਵੀ ਸਾਡੇ ਵਾਸਤੇ ਇੱਕ ਨਵੇਂ ਤਰ੍ਹਾਂ ਦੇ ਮੋਰਲ ਡਾਇਲੇਮਾਸ ਜਿਹੜੇ ਨੇ ਸਾਡੇ ਵਾਸਤੇ ਆ ਗਏ। तो अगर empowered है साड़ी सोच, अगर ਅਸੀਂ clear हाँ, तो then definitely सानू decision making ਦੇ ਵਿੱਚ problem नहीं आती। जिस तरह मैं पहले किया कि अगर एक लड़की है तो उन्हें गृहस्थ में जाना ही है, लेकिन जो गृहस्थ ਅਸੀਂ कह रहे हैं कि शादी हो गई और रह रहे ने, गुरु साहब ਦਾ concept ਅਸੀਂ ਹਮੇਸ਼ਾ ਕਹਿੰਦੇ ਹਾਂ ਗੁਰੂ ਸਾਹਿਬ ਨੇ ਕਿਹਾ ਕਿ ਗ੍ਰਸਥ ਪ੍ਰਧਾਨ ਧਰਮ ਹੈ, ਗ੍ਰਸਥੀ ਪ੍ਰਧਾਨ है, पहले सब सन्यासी थे, लेकिन गुरु ग्रंथ साहब भी कह रहे हैं कबीर जो ग्रह करे तो धर्म कर, नहीं तो कर बैराग। अगर जिम्मेदारी नहीं निभानी, एक दूसरे नाल सच्चा नहीं रहना, विश्वास तोड़ना है, या ਤੁਸੀਂ ਇੱਕ ਦੂਸਰੇ ਦੇ ਨਾਲ ਸਾਥ ਨਹੀਂ ਦੇਣਾ ਹਰ ਸਿਚੁਏਸ਼ਨ ਦੇ ਵਿੱਚ, ਉਹਦੇ ਨਾਲੋਂ ਅੱਛਾ ਹੈ ਕਿ ਤੁਸੀਂ ਬੈਰਾਗ ਕਰੋ ਔਰ ਗ੍ਰਸਥ 'ਚ ਨਹੀਂ ਜਾਓ। ਸਾਡਾ ਗ੍ਰਸਥ ਨੂੰ ਦੇਖਣ ਦਾ ਅਸੀਂ ਇੱਕ ਵਸਤੂ 'ਚ ਤਬਦੀਲ ਕਰ ਦਿੱਤਾ ਇੱਕ ਇਨਸਾਨ ਨੂੰ। अगर ਅਸੀਂ ਬਾਹਰ ਦੇਖੀਏ ਪੈਸਾ ਦੇਖਣਾ ਬੁਰਾ ਨਹੀਂ ਹੈ ਕਿ ਪੈਸੇ ਨਾਲ ਅਸੀਂ ਆਪਣੀ ਜ਼ਿੰਦਗੀ ਜੀਣੀ ਹੈ, ਨਿਰਵਾਹ ਕਰਨੀ, ਲੇਕਿਨ ਸਿਰਫ ਪਰਸਨ ਐਂਡ ਪੋਟੈਂਸ਼ੀਅਲ ਕਿ ਅਸੀਂ ਪਰਸਨ ਨੂੰ ਤੇ ਬਿਲਕੁਲ ਵਿਅਕਤੀ ਨੂੰ ਤੇ ਵਸਤੂ ਬਣਾ ਦਿੱਤਾ ਔਰ ਅਸੀਂ ਟੋਟਲ ਇੱਕ ਸਮਾਨ ਦੀ ਲਿਸਟ ਜਾਂ ਲਾਈਫ ਸਟਾਈਲ ਦੀ ਲਿਸਟ ਅਸੀਂ ਰੱਖੀ। ਔਰ ਗੁਰੂ ਸਾਹਿਬ ਕਹਿ ਰਹੇ ਗੁਣਾ ਕਾ ਉਹ ਵਾਸਲਾ ਕਰ ਕਦ ਸਾਂਝ ਕਰੀਜੇ। ਔਰ ਅਸੀਂ ਲੋਕ ਬਿਲਕੁਲ ਹੀ ਅਲੱਗ ਤਰੀਕੇ ਦੀ ਤੁਸੀਂ ਸਭੀ ਹੁਣ ਅਸੀਂ ਦੇਖਦੇ ਹਾਂ, ਅਸੀਂ ਕਹਿੰਦੇ ਮੈਰਿਜ ਇਨਵੈਸਟਮੈਂਟ ਹੈ। ਮੈਂ ਬਹੁਤ ਲੋਕਾਂ ਨੂੰ ਦੇਖਿਆ ਕਿ ਉਹ ਕਹਿੰਦੇ ਨਿੱਕੋ ਬੇਟਾ ਤੇ ਪੇਰੈਂਟਸ ਤੇ ਮਰ ਜਾਣਗੇ, ਮਕਾਨ ਤੁਹਾਡਾ ਹੋ ਜਾਏਗਾ। ਬਹੁਤ ਜਗ੍ਹਾ ਮੈਂ ਦੇਖਿਆ ਬੇਟੀ ਹੈ, ਇੱਕੋ ਬੇਟੀ ਹੈ, ਇੰਨਾ ਕੁਛ ਪੇਰੈਂਟਸ ਤੇ ਮਾਰੀ ਜਾਣਾ, ਘਰ ਵੀ ਬਣ ਜਾਓ। ਅਸੀਂ ਕਿਸ ਤਰ੍ਹਾਂ ਦੀ ਮਾਨਸਿਕਤਾ ਲੈ ਕੇ ਕਿਸੇ ਰਿਲੇਸ਼ਨਸ਼ਿਪ ਨੂੰ ਗੁਰੂ ਗ੍ਰੰਥ ਸਾਹਿਬ ਦੀ ਲਾਵਾ ਲੈ ਕੇ ਉਸ ਰਿਸ਼ਤੇ ਨੂੰ ਅਸੀਂ ਸ਼ੁਰੂ ਕਰ ਰਹੇ ਹਾਂ। ਔਰ ਕਿਹੜਾ ਦਾਜ, ਕਿਸ ਤਰ੍ਹਾਂ ਦਾ ਦਾਜ ਹੈ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ में दाजो, हर शोभा हर कपड़े देवो, जित सवरे मेरा काज। काज ਨੂੰ ਕੰਮ ਨੂੰ ਸਵਾਰਨਾ ਹੈ, ਜ਼ਿੰਦਗੀ ਨੂੰ ਸਵਾਰਨਾ ਹੈ। ਜੋ ਅਸੀਂ ਪਰਿਭਾਸ਼ਾ ਬਣਾ ਦਿੱਤੀ ਰਿਸ਼ਤਿਆਂ ਦੀ, ਜੋ ਅਸੀਂ ਪਰਿਭਾਸ਼ਾ ਗੁਰੂ ਸਾਹਿਬ ਤੇ ਕਹਿ ਰਹੇ ਨੇ ਇੱਕ ਜੋਤ ਦੋਏ ਮੂਰਤੀ, लेकिन सादा मतलब मटीरियल होना जरूरी है, लेकिन सिर्फ मटीरियल की बेस के उत्ते खड़े होकर जिंदगी में जीना वो सानू वीकनेस ही देगा, स्ट्रेंथ नहीं देगा सानू। ਅਸੀਂ ਆਮ ਤੌਰ ਤੇ ਖੁਦ ਨੂੰ ਕਮਜ਼ੋਰ ਮੰਨਦੇ ਹਾਂ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਨਾਰੀ ਕਮਜ਼ੋਰ ਹੈ ਔਰ ਪੁਰਸ਼ ਪ੍ਰਧਾਨ ਸਮਾਜ ਹੈ, ਲੇਕਿਨ ਨਾਰੀ 'ਚ ਜੋ ਗੁਣ ਹਨ ਉਹ ਪੁਰਸ਼ 'ਚ ਵੀ ਨਹੀਂ ਹੈਗੇ। ਨੇਚਰ ਦਾ ਰੂਪ ਹੈ, ਪ੍ਰਕਿਰਤੀ ਦਾ ਰੂਪ ਹੈ और नर्चर की ਉਹਦੇ ਅੰਦਰ ਸਭ ਤੋਂ ਜ਼ਿਆਦਾ ਭਾਵਨਾ ਹੈ ਕਿ ਨੇਚਰ ਔਰ ਨਰਚਰ ਦਾ ਸੁਮੇਲ ਹੈ। ਨਰਚਰ ਹੈ ਕਿ ਕਿਸੇ ਦੀ ਪਾਲਣਾ, ਕਿਸੇ ਦੀ ਸੰਭਾਲ, ਕਿਸੇ ਵੀ ਬੱਚੇ ਨੂੰ, ਜਿਹੜਾ ਬੱਚਾ ਦੁਨੀਆ 'ਚ ਆਉਂਦਾ ਹੈ ਉਹ ਨੇਚਰ ਦਾ ਰॉ ਰੂਪ ਹੈ, ਉਹਨੂੰ ਕੁਛ ਨਹੀਂ ਮਾਲੂਮ ਹੈ। ਉਹਨੂੰ ਸਿਵਲਾਈਜ਼ਡ ਇਨਸਾਨ ਬਣਾਉਣਾ ਉਹ ਸਭ ਤੋਂ ਵੱਡਾ ਰੋਲ ਮਾਂ ਦਾ ਰੋਲ ਹੈ। ਤਿੰਨ ਤਨ ਜਣੇਂ ਦੀ ਮਾਂ ਆਏ ਸਫਲ ਤੇ। ਮੈਂ ਕਿਉਂ ਮਦਰ ਦੇ ਰੋਲ ਤੇ ਕਹਿ ਰਹੀ ਹਾਂ, ਮੈਂ ਕਿਉਂ ਔਰਤ ਦੇ ਇਸ ਰੋਲ ਨੂੰ ਕਹਿ ਰਹੀ ਹਾਂ कि ਅਸੀਂ ਜਿੱਦੇ ਮਰਜ਼ੀ ਵੱਡੇ ਹੋ ਜਾਈਏ, ਚਾਹੇ ਅਸੀਂ ਖੁਦ ਹੀ ਇਸ ਚੀਜ਼ ਵਿੱਚ ਆ ਜਾਵਾਂਗੇ, ਲੇਕਿਨ ਸਾਨੂੰ ਆਪਣੀ ਮਾਂ ਨਹੀਂ ਭੁੱਲਦੀ। ਉਹ ਕਿਸ ਤਰ੍ਹਾਂ ਖਾਣਾ ਬਣਾਉਂਦੀਆਂ ਸਨ, ਉਹ ਕਿਸ ਤਰ੍ਹਾਂ ਕੰਮ ਕਰਦੀਆਂ ਸਨ, ਜਾਂ ਉਹਨਾਂ ਕੋਲੋਂ ਅਸੀਂ ਇਨਵਾਈਟ ਕਰਦੇ ਹਾਂ, ਦੇਖ ਕੇ ਸਿੱਖਦੇ ਹਾਂ। ਤਾਂ ਮਾਂ ਦਾ ਰੋਲ ਹਰ ਇਨਸਾਨ ਦੇ, ਹਰ ਬੱਚੇ ਦੇ ਰੋਲ ਵਿੱਚ ਜਿੰਨਾ ਮਰਜ਼ੀ ਵੱਡਾ ਹੋਏ, ਉਹਦੀ ਲਾਈਫ ਦੇ ਵਿੱਚ ਇੱਕ ਮਾਂ ਦਾ ਰੋਲ ਬਹੁਤ ਇੰਪੋਰਟੈਂਟ ਹੈ। ਔਰ ਜੋ ਮਾਂ ਉਹਨੂੰ ਵੈਲਿਊਜ਼ ਦੇ ਸਕਦੀ ਹੈ, ਜੋ ਮਾਂ ਉਹਦਾ ਕੈਰੈਕਟਰ ਫਾਰਮੇਸ਼ਨ ਕਰ ਸਕਦੀ ਹੈ, खुद ह्यूमन बींग्स उन्होंने ਅਸੀਂ ਬਣਾਈਏ। ਮਨੀ ਮਿੰਟਿੰਗ ਮਸ਼ੀਨਸ ਤੋਂ ਬਣ ਹੀ ਜਾਣਗੇ ਐਜੂਕੇਸ਼ਨ ਨਾਲ, ਬਿਜ਼ਨਸ ਫੈਮਲੀਜ਼ ਵੈਸੇ ਹੀ ਬਣ ਜਾਣਗੇ, ਬਿਜ਼ਨਸ ਆ ਜਾਏਗਾ, ਪੜ੍ਹ ਜਾਣਗੇ, ਜੌਬ। ਅਗਰ ਤੁਸੀਂ ਇੱਕ ਅੱਛਾ ਵੈਲਿਊ ਸਿਸਟਮ, ਅੱਛਾ ਇਨਸਾਨ ਬਣਾਉਂਦੇ ਹੋ, ਉਸ ਤੋਂ ਬਾਅਦ ਉਹ ਅੱਛੇ ਬਿਜ਼ਨਸਮੈਨ, ਅੱਛੇ ਜੌਬ ਵਾਲੇ ਬਣ ਹੀ ਜਾਣਗੇ। ਜਿੰਨਾ ਕ੍ਰਾਈਮ ਅਗਰ ਅਸੀਂ ਦੇਖੀਏ, ਜੁਵਨਾਈਲ ਕ੍ਰਾਈਮ ਜਿਹਨੂੰ ਅਸੀਂ ਕਹਿੰਦੇ ਹਾਂ, ਸਕੂਲ ਦੇ ਬੱਚੇ ਮਰਡਰਸ ਪਲਾਨ ਕਰਕੇ ਜਾ ਰਹੇ ਨੇ, ਪੈਸੇ ਚਾਹੀਦੇ ਨੇ, ਪੜੋਸੀਆਂ ਦੇ ਮਰਡਰਸ। ਮੈਂ ਜਨਰਲਾਈਜ਼ ਨਹੀਂ ਕਰ ਰਹੀ, ਲੇਕਿਨ ਇਹ ਚੀਜ਼ਾਂ ਹੋ ਰਹੀਆਂ ਨੇ। ਤਾਂ ਕਿਸ ਤਰ੍ਹਾਂ ਦਾ ਮਤਲਬ ਸਮਾਜ, ਉਹ ਕਿੱਥੋਂ ਵੈਲਿਊਜ਼ ਲੈ ਕੇ ਜਾ ਰਹੇ ਨੇ, ਉਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਦੇ ਪੇਰੈਂਟਸ ਕਰ ਰਹੇ ਨੇ। ਅਸੀਂ ਕਹਿੰਦੇ ਹਾਂ ਪੀਅਰ ਪ੍ਰੈਸ਼ਰ ਹੈ, ਸਕੂਲ ਦੀ ਜ਼ਿੰਮੇਵਾਰੀ ਹੈ, ਕਾਲਜ ਦੀ। ਪਹਿਲਾ ਸਕੂਲ ਸਾਡਾ ਪਰਿਵਾਰ ਹੈ, ਸਾਡੇ ਪੇਰੈਂਟਸ ਹੈ, ਸਾਡੇ ਗ੍ਰੈਂਡ ਪੇਰੈਂਟਸ ਹੈ। ਉਹਨਾਂ ਲੋਕਾਂ ਕੋਲੋਂ ਜੋ ਅਸੀਂ ਸਿੱਖਾਂਗੇ, ਉਹ ਜੋ ਅਸੀਂ ਉਹਨਾਂ ਨੂੰ ਸਿਖਾਵਾਂਗੇ, ਉਹੀ ਬੱਚੇ ਬਾਹਰ ਜਾ ਕੇ ਉਹੀ ਬਿਹੇਵ ਕਰਨਗੇ। तो मदर और फादर ਨੂੰ ਇੱਥੇ ਇਹ ਵੀ ਨਹੀਂ ਕਿ ਮਾਂ ਦਾ ਹੀ ਰੋਲ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ, ਔਰਤ ਨੂੰ ਹੀ ਜ਼ਿੰਮੇਵਾਰੀ ਦੇ ਰਹੇ ਨੇ
ਬਹੁ ਉਹ ਕਹਿ ਰਹੇ ਨੇ ਕਿ ਤੁਸੀਂ ਵੈਲਿਊਜ਼ ਜਿਹੜੀਆਂ ਨੇ ਬਹੁ ਪਰਪੰਚ ਪਰ ਧਨ ਲਿਆਵੇ ਸੁਤ ਦਾਰਾ पे आन लुटावे मन मेरे भूले कपट न कीजे अंत निबेड़ा तेरा जीते तुझे ਧਰਮ ਔਰ ਕਰਮ ਜੁੜੇ ਹੋਏ ਨੇ ਸਾਡੇ ਈਸਟਰਨ ਥਾਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਰਮ ਨੇ ਕਰਮ ਵਿੱਚ ਹੀ ਆਉਣਾ ਉਹ ਅਗਰ ਅੱਜ ਅਸੀਂ ਠੱਗੀ ਕਰਕੇ ਚੋਰੀ ਕਰਕੇ ਕਮਾ ਰਹੇ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਪਰਿਵਾਰ ਵਾਸਤੇ ਕਰ ਰਹੇ ਹਾਂ ਲੇਕਿਨ ਜਦੋਂ ਨਿਬੇੜਾ ਹੋਏਗਾ ਉਹ ਜੋ ਕਰਾਂਗੇ ਉਹ ਭਰਾਂਗੇ ਜ਼ਰੂਰ ਜੋ ਕਰ ਰਹੇ ਆ ਜੋ ਚੋਰੀ ਉਹਨਾਂ ਨੂੰ ਦਿਖਾ ਰਹੇ ਆ ਕਿਉਂਕਿ ਬੱਚੇ ਨੇ ਉਹੀ ਕਰਨਾ ਜੋ ਸਾਹਮਣੇ ਦੇਖੇਗਾ ਤਾਂ ਉਹਨਾਂ ਦੇ ਅੰਦਰ ਵੀ ਵੈਲਿਊ ਸਿਸਟਮ ਉਹੀ ਬਣਦਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਵੈਲਿਊ ਸਿਸਟਮ ਵੈਲਿਊ ਦਾ ਸ਼ਿੰਗਾਰ ਵੈਲਿਊ ਸਿਸਟਮ ਦੇ ਉੱਤੇ ਜ਼ੋਰ ਦਿੱਤਾ ਔਰ ਦੋਨਾਂ ਦੀ ਕਲੈਕਟਿਵ ਅਪਰੋਚ ਇੱਕ ਜੋਤ ਦੋਏ ਮੂਰਤੀ ਮਤਲਬ ਕਿ ਕਲੈਕਟਿਵ ਅਪਰੋਚ ਉਹਨਾਂ ਦੇ ਸਾਹਮਣੇ ਰੱਖੀ ਹੈ ਗੁਰੂ ਸਾਹਿਬ ਨੇ ਅਗਰ ਮੈਂ ਕਰਾਂ ਲਾਸਟ ਸਮ ਅਪ तो गुरु ग्रंथ साहब ਦੇ ਵਿੱਚ ਕੋਈ ਦਬੀ ਹੋਈ ਔਰਤ ਚੁੱਪਚਾਪ ਸਹਿਣ ਵਾਲੀ ਔਰਤ ਦੀ ਗੱਲ ਗੁਰੂ ਸਾਹਿਬ ਨੇ ਨਹੀਂ ਕੀਤੀ ਇੱਕ ਪ੍ਰੋਗਰੈਸਿਵ ਪਰਸਨੈਲਿਟੀ ਹੈ 32 ਗੁਣਾ ਵਾਲੀ ਔਰਤ ਗੁਰੂ ਸਾਹਿਬ ਨੇ ਰੱਖੀ ਹੈ ਕਿ 32 ਸੁਲਖਣੀ ਸਚ ਸੰਤਤ ਸੁ ਆਗਿਆਕਾਰੀ ਸੁਗੜ ਸੁਰੋ ਇਚ ਪੁਨੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜਿਠਾਨੀ ਸਭ ਪਰਵਾਰੇ ਮਾਹਿਰ ਸ਼ੇਸ਼ ਮੱਤੀ ਦੇਵੇ ਦੇਵਰ ਦੇ ਤਨ ਸੋ ਗ੍ਰਹਿ ਜਿਸ ਪ੍ਰਗਟੇ ਆਏ ਨਾਨਕ ਸੂਖੇ ਸੂਖੇ ਆਏ ਇੱਕ ਜੁਆਇੰਟ ਫੈਮਿਲੀ ਸਿਸਟਮ ਦੀ ਗੱਲ ਕੀਤੀ ਹੈ ਕਿ ਦੇਵਰ ਔਰ ਜੇਠ ਨੂੰ ਉਹ ਸਮਝਾ ਰਹੀ ਹੈ ਮੱਤੀ ਦੇਵੇ ਦੇਵਰ ਜੇਠ ਔਰ ਸੱਚ ਸੰਤਤ ਨੂੰ ਸੱਚ ਉਹਦਾ ਬੇਟਾ ਹੈ ਤਾਂ ਸੱਚ ਕਿਸ ਰੂਪ ਤੋਂ ਜਨਮ ਲੈ ਸਕਦਾ ਹੈ ਕਿਸ ਰੁਤਬੇ ਦੇ ਉੱਤੇ ਗੁਰੂ ਸਾਹਿਬ ਨੇ ਔਰਤ ਨੂੰ ਰੱਖਿਆ ਅਸੀਂ ਬਾਣੀ ਦੇ ਵਿੱਚ ਆਮ ਤੌਰ ਤੇ ਬੋਲਦੇ ਹਾਂ ਆਪਣਾ ਮੂਲ ਪਛਾਣ ਅਸੀਂ ਇਸ ਪੰਕਤੀ ਨੂੰ ਬਹੁਤ ਵਾਰ ਬੋਲਦੇ ਹਾਂ ਸੋ ਇਸ ਟੌਪਿਕ ਦੇ ਰਾਹੀਂ ਜਿੰਨੀਆਂ ਵੀ ਔਰਤਾਂ ਲੜਕੀਆਂ ਬੇਟੀਆਂ ਭੈਣਾਂ ਜੁੜੀਆਂ ਹੋਈਆਂ ਨੇ ਕਿਤੇ ਵੀ ਜੋ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਆਪਣਾ ਮੂਲ ਪਛਾਣਨਾ ਬਹੁਤ ਜ਼ਰੂਰੀ ਹੈ ਸੈਂਸ ਆਫ ਸੈਲਫ ਵਰਥ ਜਿਹੜੀ ਹੈ ਉਹ ਸਾਡੇ ਖੁਦ ਦੇ ਅੰਦਰ ਹੀ ਨਹੀਂ ਹੈ ਅਸੀਂ ਖੁਦ ਆਪਣੇ ਆਪ ਨੂੰ ਵੀਕ ਮੰਨ ਰਹੇ ਹਾਂ ਘੱਟ ਮੰਨ ਰਹੇ ਹਾਂ ਬਰਾਬਰੀ ਮੰਗ ਰਹੇ ਹਾਂ ਬਰਾਬਰੀ ਅਸੀਂ ਮੰਗ ਹੀ ਕਿਉਂ ਰਹੇ ਹਾਂ ਅਸੀਂ ਤੇ ਬੈਟਰ ਹਾਂ ਸੋ ਸੈਂਸ ਆਫ ਸੈਲਫ ਵਰਥ ਡਿਵੈਲਪ ਕਰਨੀ ਔਰਤ ਹੋਣ ਤੇ ਮਾਣ ਕਰਨਾ ਆਪਣੀ ਵੈਲਿਊਜ਼ ਦੇ ਉੱਤੇ ਮਾਣ ਕਰਨਾ ਇਹ ਸਾਡੇ ਵਾਸਤੇ ਬਹੁਤ ਜ਼ਰੂਰਤ ਹੈ ਅਸੀਂ ਕਹਿ ਰਹੇ ਹਾਂ ਪ੍ਰੋਬਲਮਸ ਆ ਗਈਆਂ ਸਟ੍ਰੈਸ ਆ ਗਿਆ ਸਾਡੇ ਕੋਲੋਂ ਬਰਦਾਸ਼ਤ ਤੁਹਾਨੂੰ ਨਹੀਂ ਪਤਾ ਮੇਰੇ ਉੱਤੇ ਕੀ ਬੀਤੀ ਹੈ ਸਾਡਾ ਇਹ ਜਵਾਬ ਹੁੰਦਾ ਕੋਈ ਐਗਜ਼ਾਮਪਲ ਸਮਾਜ ਦੇ ਵਿੱਚ ਐਸਾ ਹੈ ਜਿਨ੍ਹਾਂ ਦਾ ਅਸੀਂ ਦੇਖਦੇ ਹਾਂ ਕਿ ਇਹ ਪਰਿਵਾਰ 'ਚ ਉਹਨਾਂ ਨੂੰ ਸਭ ਕੁਝ ਮਿਲਿਆ ਔਰ ਇਹਨਾਂ ਨੇ ਰਾਈਜ਼ ਕੀਤਾ ਉਹ ਕੋਈ ਐਗਜ਼ਾਮਪਲ ਹੀ ਨਹੀਂ ਹੈ ਉਹਨਾਂ ਨੇ ਕਰਨਾ ਹੀ ਸੀ ਉਹਨਾਂ ਨੂੰ ਸਭ ਕੁਝ ਮਿਲ ਗਿਆ ਡਿਸਪਾਈਟ ਸਰਕਮਸਟੈਂਸਿਸ ਡਿਫਿਕਲਟੀਜ਼ ਮਿਲੀਆਂ ਔਰ ਫਿਰ ਉਹ ਕਿਸੇ ਮੁਕਾਮ ਤੇ ਪਹੁੰਚੇ ਡਿਫਿਕਲਟੀਜ਼ ਮਿਲੀਆਂ ਲੇਕਿਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਅੱਛੀ ਵੈਲਿਊਜ਼ ਦੇ ਕੇ ਅੱਛਾ ਇਨਸਾਨ ਬਣਾ ਕੇ ਸਮਾਜ ਦੇ ਵਿੱਚ ਭੇਜਿਆ ਉਹ ਰੋਲ ਮਾਡਲ ਬਣਨਾ ਹੈ ਔਰ ਉਹੀ ਰੋਲ ਮਾਡਲ ਅਸੀਂ ਸਮਾਜ ਨੂੰ ਦੇਣੇ ਨੇ ਹੁਣੇ ਰੀਸੈਂਟਲੀ ਮਦਰਸ ਡੇ ਗਿਆ 8 ਮਈ ਨੂੰ ਅਸੀਂ ਸਾਰਿਆਂ ਨੇ ਮਦਰਹੁੱਡ ਸੈਲੀਬ੍ਰੇਟ ਕੀਤੀ ਸਭ ਨੇ ਵਿਸ਼ੇਸ ਕੀਤੀਆਂ ਲੇਕਿਨ ਅਸੀਂ ਉਹ ਵੀ ਮਾਵਾਂ ਯਾਦ ਕਰ ਲਈਏ ਜਿਹੜੀਆਂ ਅਸੀਂ 올ਡ ਏਜ ਹੋਮ ਛੋੜ ਦਿੱਤੀਆਂ ਨੇ ਤੇ ਉਹਨਾਂ ਦੀ ਮਦਰਹੁੱਡ ਨੂੰ ਵੀ ਅਸੀਂ ਅੱਜ ਸੈਲੀਬ੍ਰੇਟ ਕਰੀਏ ਮੈਂ ਖਤਮ ਕਰਾਂਗੀ 4 ਲਾਈਨਾਂ ਦੇ ਉੱਤੇ ਮੇਰੀ ਮਦਰ ਹਮੇਸ਼ਾ ਮੈਨੂੰ ਕਹਿੰਦੇ ਸਨ ਕਿ ਮੈਂ ਇਸ ਕਵਿਤਾ ਦੀ 4 ਪੰਕਤੀਆਂ ਵੂਮਨ ਐਮਪਾਵਰਮੈਂਟ ਦੇ ਉੱਤੇ ਜ਼ਰੂਰ ਬੋਲਾਂ ਰਾਮਧਾਰੀ ਸਿੰਘ ਦਿਨਕਰ ਦੀ ਪੰਕਤੀ ਹੈ ਸਰ ਨੇ ਜਿਸ ਤਰ੍ਹਾਂ ਬੋਲਿਆ ਕਿ ਸਾਨੂੰ ਤਮੀਜ਼ ਹੀ ਨਹੀਂ ਹੈ ਔਰਤ ਨਾਲ ਬਿਹੇਵ ਕਿਸ ਤਰ੍ਹਾਂ ਕਰਨਾ ਉसी तरह एरिस्टोटल फिलोसफर कहता है कि अधूरा पुरुष है वुमन इज एन इनकम्प्लीट मैन अधूरा पुरुष है शेक्सपियर कहते ने औरत का दूसरा नाम जेलसी है और पोइट्स कहते ने कि खूबसूरती ने सानू इंस्पायर किया है साडी इंस्पिरेशन है साडा म्यूज है लेकिन नारी की है ਉਹਦਾ ਜੋ ਭਾਵ ਹੈ ਕਵਿਤਾ ਦਾ ਕਿ ਉਹ ਕਹਿ ਰਹੇ ਨੇ ਕਿ ਤੂੰ ਸ਼ਰਧਾ ਹੈ ਔਰ ਵਿਸ਼ਵਾਸ ਹੈ ਔਰ ਜ਼ਿੰਦਗੀ ਦਾ ਜਿਹੜਾ ਪੂਰਾ ਸਮਤਲ ਹੈ ਜ਼ਮੀਨ ਫੈਲੀ ਹੋਈ ਹੈ ਉਹਦੇ ਵਿੱਚ ਤੂੰ ਇੱਕ ਪਾਣੀ ਦੇ ਮਿੱਠੇ ਬਹਾਵ ਦੀ ਤਰ੍ਹਾਂ ਹੈ तो वो 4 पंक्तियां ने नारी तुम केवल श्रद्धा हो विश्वास रजत नग पग तल में पीयूष स्रोत की बहा करो जीवन के सुंदर समतल में नारी तुम केवल श्रद्धा हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਵਨਾ ਮਲਿਕ ਜੀ ਤੁਸੀਂ ਬਹੁਤ ਹੀ ਖੂਬਸੂਰਤੀ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਜਿਹੜੀ ਵੀ ਗੱਲ ਤੁਸੀਂ ਕੀਤੀ ਉਹਦੇ
ਬਾਣੀ ਦੇ ਸ਼ਬਦ ਨਾਲ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਉਸਨੂੰ ਪੇਸ਼ ਕੀਤਾ। ਬਹੁਤ ਬਹੁਤ ਧੰਨਵਾਦ। ਸਾਡੀ ਅੱਜ ਦਾ ਇਹ ਵਿਸ਼ਾ ਰੱਖਣ ਦਾ ਮਤਲਬ ਹੀ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਉਸਨੂੰ ਪੜ੍ਹਦੇ ਹਾਂ, ਸਮਝਦੇ ਹਾਂ, ਤਾਂ ਵਾਰ-ਵਾਰ ਇਸਤਰੀ ਦੀ ਗੱਲ ਕੀਤੀ ਗਈ ਹੈ। ਵਾਰ-ਵਾਰ ਇਹ ਕਿਹਾ ਗਿਆ ਕਿ ਇਸਤਰੀ ਹੀ ਜਿਹੜੀ ਹੈ ਉਹ ਇਹ ਦੇਸ਼ ਨੂੰ, ਸਮਾਜ ਨੂੰ, ਕੌਮ ਨੂੰ ਇੱਕ ਚੰਗੀ ਮਿਆਰ ਤੱਕ ਪਹੁੰਚਾ ਸਕਦੇ ਨੇ। ਔਰ ਗੁਰੂ ਨਾਨਕ ਸਾਹਿਬ ਦੀ ਗੱਲ ਕਰਾਂ ਤਾਂ ਗੁਰੂ ਨਾਨਕ ਸਾਹਿਬ ਨੇ ਸਿਰਫ ਇਸਤਰੀ ਨੂੰ ਸਤਿਕਾਰ ਹੀ ਨਹੀਂ ਸੀ ਦਿੱਤਾ, ਬਲਕਿ ਇਸਤਰੀਆਂ ਨਾਲ ਹੋ ਰਹੀਆਂ ਬੇਇਨਸਾਫੀਆਂ ਦਾ ਵਿਰੋਧ ਵੀ ਕੀਤਾ ਸੀ, ਜਿਵੇਂ ਮੈਂ ਪਹਿਲੇ ਵੀ ਕਿਹਾ, ਕਿਉਂਕਿ ਉਹ ਇਸ ਸੱਚਾਈ ਤੋਂ ਜਾਣੂ ਸਨ ਕਿ ਜੇ ਕੌਮ ਦਾ, ਸਮਾਜ ਦਾ, ਧਰਮ ਦੀ ਉਸਾਰੀ ਕਰਨੀ ਹੈ ਤਾਂ ਇਸਤਰੀ ਨੂੰ ਉਸਦਾ ਬੰਦਾ ਸਥਾਨ ਦਿੱਤੇ ਬਿਨਾ ਇਹ ਸੰਭਵ ਹੋ ਹੀ ਨਹੀਂ ਸਕਦਾ। ਕਿਉਂਕਿ ਪੈਦਾ ਕਰਨਾ, ਪਾਲਣਾ ਤੇ ਰੱਖਿਆ ਕਰਨਾ, ਇਹ ਤਿੰਨ ਗੁਣ ਪਰਮਾਤਮਾ ਤੋਂ ਬਾਅਦ ਜੇ ਕਿਸੇ ਹੋਰ ਸ਼ਖਸੀਅਤ ਦੇ ਵਿੱਚ ਹਨ, ਇਸਤਰੀ ਦੇ ਸਭ ਤੋਂ ਪਵਿੱਤਰ ਰੂਪ ਮਾਂ ਦੇ ਵਿੱਚ ਨੇ। ਇਸ ਵਿੱਚ ਵੀ ਦੇਖੋਗੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਮੁਤਾਲਿਆ ਕਰੀਏ ਤਾਂ ਮਾਂ ਦੇ ਗੁਣਾਂ ਬਾਰੇ, ਇਸਤਰੀ ਦੇ ਗੁਣਾਂ ਬਾਰੇ ਬਹੁਤ ਵਾਰ ਜੋ ਹੈ ਉਹ ਵਾਰ-ਵਾਰ ਜ਼ਿਕਰ ਆਉਂਦਾ ਹੈ। ਔਰ ਜੇ ਅਸੀਂ ਹਿਸਟੋਰੀਕਲ ਦੇਖੀਏ, ਸਿੱਖ ਇਤਿਹਾਸ ਬਾਰੇ ਵੇਖੀਏ, ਤਾਂ ਸਿੱਖ ਕੌਮ ਦੇ ਚਰਿੱਤਰ ਦੇ ਨਿਰਮਾਣ ਦੇ ਵਿੱਚ ਗੁਰੂ ਘਰ ਨਾਲ ਜੁੜੀਆਂ ਬੀਬੀਆਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗੁਰੂ ਘਰ ਦੀਆਂ ਜਿਹੜੀਆਂ ਇਸਤਰੀਆਂ ਨੇ, ਉਹਨਾਂ ਨੇ ਸਿੱਖ ਪੰਥ ਦੀ ਜਿਹੜੀ ਬੁਨਿਆਦ ਹੈ ਉਸ ਵਿੱਚ ਚੂਨੇ ਗਾਰੇ ਵਾਲਾ ਕੰਮ ਕੀਤਾ ਹੈ। ਮੈਂ ਕੁਝ ਉਦਾਹਰਨ ਦੱਸ ਸਕਦਾ ਕਿ ਪਹਿਲੀ ਸਿੱਖ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਇਸਤਰੀ ਬੇਬੇ ਨਾਨਕੀ ਸੀ। ਬੇਬੇ ਨਾਨਕੀ ਦੇ ਇਤਿਹਾਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਮਦਰ ਆਫ ਖਾਲਸਾ ਮਾਤਾ ਸਾਹਿਬ ਕੌਰ, ਗੁਰੂ ਅੰਗਦ ਸਾਹਿਬ ਜੀ ਦੀ ਪਤਨੀ ਮਾਤਾ ਖੀਵੀ, ਜਿਹੜੀ ਲੰਗਰ ਸੰਸਥਾ ਦੀ ਪਹਿਲੀ ਸੰਚਾਲਕ ਬਣੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ ਨਾਮ ਦਰਜ ਕਰਾਉਣ ਦਾ ਮਾਣ ਦੀ ਹੱਕਦਾਰ ਬਣੀ। ਦੂਜੇ ਪਾਤਸ਼ਾਹ ਦੀ ਧਰਮ ਪਤਨੀ ਸਨ ਔਰ ਗੁਰੂ ਸਾਹਿਬ ਜਦੋਂ ਖੰਡੂਰ ਸਾਹਿਬ ਬੈਠੇ ਤਾਂ ਸਤ ਸੰਗਤ ਕਰਦੇ, ਲੰਗਰ ਦਾ ਪ੍ਰਵਾਹ ਚਲਾਇਆ ਤਾਂ ਮਾਤਾ ਖੀਵੀ ਜਿਹੜੀ ਹੈ, ਉਹਨਾਂ ਨੇ ਸੰਗਤਾਂ ਦੀ ਸੇਵਾ, ਖਾਸ ਕਰਕੇ ਲੰਗਰ ਦੀ ਸੇਵਾ ਕਰਦੇ ਸਨ। ਔਰ ਰਾਏ ਬਲਵੰਡ ਨੇ ਬੜਾ ਖੂਬਸੂਰਤ ਸ਼ਬਦ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਹੈ ਕਿ ਬਲਵੰਡ ਖੀਵੀ ਨੇਕ ਜਨ ਜਿਸ ਲੰਗਰ ਤੋਲ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਗਿਆਲੀ। ਫਿਰ ਸਿੱਖ ਧਰਮ ਦੀ ਪਹਿਲੀ ਜਿਹੜੀ ਪ੍ਰਚਾਰਕ ਹੋਈ ਉਹ ਬੀਬੀ ਅਮਰੋ, ਜਿਸ ਨੂੰ ਮਾਤਾ ਖੀਵੀ ਨੇ ਗੁਰਬਾਣੀ ਦੀ ਜਿਹੜੀ ਹੈ ਉਹ ਗੁੜਤੀ ਦਿੱਤੀ। ਫਿਰ ਮਾਤਾ ਗੁਜਰੀ, ਪਹਿਲੀ ਇਸਤਰੀ ਸ਼ਹੀਦ, ਜਿਨ੍ਹਾਂ ਦੇ ਪਿਤਾ, ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਘਰਵਾਲ, ਬੇਟਾ, ਪੋਤਰੇ ਸਾਰੇ ਸ਼ਹੀਦ ਹੋਏ। ਫਿਰ ਮਾਈ ਭਾਗੋ, ਪਹਿਲੀ ਇਸਤਰੀ ਜਰਨੈਲ, ਜਿਸ ਨੇ 40 ਬੇਦਾਵੀਆਂ ਨੂੰ 40 ਮੁਕਤੇ ਬਣਾ ਕੇ ਸਿੱਖ ਇਤਿਹਾਸ ਨੂੰ ਕਲੰਕਿਤ ਹੋਣ ਤੋਂ ਬਚਾਇਆ। ਫਿਰ ਪਹਿਲੀ ਰਾਜਨੀਤੀਵਾਨ ਇਸਤਰੀ ਮਾਤਾ ਸੁੰਦਰੀ, 40 ਤੋਂ 42 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋ ਹੈ ਜੋਤੀ ਜੋਤ ਸਮਾਨ ਤੋਂ ਬਾਅਦ ਇੱਥੇ ਦਿੱਲੀ ਵਿੱਚ ਰਹੇ ਮਾਤਾ ਸੁੰਦਰੀ ਗੁਰਦੁਆਰਾ, ਜਿੱਥੇ ਬੈਠ ਕੇ ਉਹਨਾਂ ਨੇ ਪੂਰੀ ਕੌਮ ਦੀ ਅਗਵਾਈ ਕੀਤੀ। ਐਸੇ ਕਰੈਕਟਰ, ਐਸੇ ਚਰਿੱਤਰ ਜਦੋਂ ਸਾਡੇ ਇਤਿਹਾਸ ਵਿੱਚ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤਰੀ ਚੇਤਨਾ ਦੀ ਗੱਲ, ਨਾਰੀ ਚੇਤਨਾ ਦੀ ਗੱਲ ਕੀਤੀ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ, ਇਹ ਬਹੁਤ ਘੱਟ ਜਾਣਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਜਦੋਂ ਮੱਥਾ ਟੇਕਣ ਗਏ ਤਾਂ ਉਹਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹਰਮੰਦਰ ਸਾਹਿਬ ਨੂੰ ਪਿੱਠ ਕਰਕੇ, ਹਰਮੰਦਰ ਸਾਹਿਬ ਆਪਣੀ ਰੂਹ ਵਿੱਚ, ਆਪਣੇ ਮਨ ਵਿੱਚ ਸਮਾ ਕੇ ਅੰਮ੍ਰਿਤਸਰ ਛੱਡਣ ਦੀ ਗੱਲ ਕਰ ਦਿੱਤੀ ਉਹਨਾਂ ਨੇ। ਤਾਂ ਇਹ ਅੰਮ੍ਰਿਤਸਰ ਦੀਆਂ ਬੀਬੀਆਂ ਸੀ, ਇਸਤਰੀਆਂ ਸੀ, ਜਿਨ੍ਹਾਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਾਪਸ ਤਿਆਰ ਲਿਆਂਦਾ। ਤਾਂ ਜ਼ਰੂਰਤ ਹੈ ਅੱਜ ਇਸਤਰੀ ਨੂੰ ਜਗਾਉਣ ਦੀ, ਜ਼ਰੂਰਤ ਹੈ ਅੱਜ ਪੁਰਸ਼ ਨੂੰ ਇਸਤਰੀ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੇ ਬਿਨਾਂ ਸਾਡੇ ਸਮਾਜ, ਸਾਡੀ ਕੌਮ ਦਾ ਜੋ ਹੈ ਉਹ ਉਥਾਨ ਹੋ ਨਹੀਂ ਸਕਣਾ। ਇਸ ਲਈ ਮੈਨੂੰ ਬਹੁਤ ਜੋ ਹੈ ਇਹ ਵਿਸ਼ਾ ਜਿਹੜਾ ਮੇਰੇ ਮਨ ਪਸੰਦ ਹੈ ਔਰ ਮੈਂ
ਜਿਹੜੀ ਗੱਲ ਮੈਂ ਪਹਿਲੇ ਵੀ ਕਹਿ ਰਿਹਾ ਕਿ ਅਸੀਂ ਇਹ ਵਿਸ਼ਾ ਰੱਖਿਆ ਕਿਉਂ, ਕਿਉਂਕਿ ਅੱਜ ਜ਼ਰੂਰਤ ਹੈ ਇਸਤਰੀ ਦੇ ਅੰਦਰ ਕਿ ਇਸਤਰੀ ਪ੍ਰਗਟ ਕਰਨ ਦੀ ਹੈ। ਇੱਕ ਸਵਾਲ ਉੱਠ ਰਿਹਾ ਹੈ ਕਿ ਔਰਤ ਨੂੰ ਔਰਤ ਕਿਵੇਂ ਬਣਾਇਆ ਜਾਵੇ। ਅਗਰ ਮਨੁੱਖਤਾ ਨੂੰ ਬਚਾਉਣਾ ਹੈ, ਅਗਰ ਪਰਿਵਾਰ ਸੰਸਥਾ ਨੂੰ ਬਚਾਉਣਾ ਹੈ, ਤਾਂ ਇਸਤਰੀ ਦੀ ਅੰਦਰੂਨੀ ਇਸ ਸੁੰਦਰਤਾ ਨੂੰ ਜਿਹੜਾ ਉਹ ਢੂੰਡਣ ਦੀ ਬੜੀ ਜ਼ਰੂਰਤ ਹੈ। ਮੈਂ ਇੱਕ 2 ਮਿੰਟ ਦੀ ਇੱਕ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਉੜੀਆ ਦੇ ਵਿੱਚ, ਉੜੀਸਾ ਦੀ ਇੱਕ ਬੜੀ ਵੱਡੀ, ਇੱਕ ਬੜੀ ਖੂਬਸੂਰਤ ਜਿਹੜੀ ਹੈ ਇੱਕ ਬੜੀ ਲੋਕ ਕਥਾ ਹੈ ਕਿ ਉੜੀਆ ਦੇ ਵਿੱਚ ਜਿਹੜੀ ਨਾਰੀ ਹੈ, ਇਸਤਰੀ ਹੈ, ਇਹਨੂੰ ਗਰਤਮੀ ਕਹਿੰਦੇ ਨੇ ਔਰ ਧਰਤੀ ਨੂੰ ਵੀ ਗਰਤਮੀ ਕਹਿੰਦੇ ਨੇ। ਇਸੇ ਤਰ੍ਹਾਂ ਪੁਰਸ਼ ਨੂੰ ਦਰਮੂ ਕਹਿੰਦੇ ਨੇ ਔਰ ਆਕਾਸ਼ ਨੂੰ ਵੀ ਦਰਮੂ ਕਹਿੰਦੇ ਨੇ। ਤਾਂ ਉਹਦੇ ਵਿੱਚ ਇੱਕ ਛੋਟੀ ਜੀ ਗੱਲ ਆਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਜਿਹੜੀ ਹੈ ਇਸਤਰੀ, ਇੱਕ ਗਰਤਮੀ ਜਿਹੜੀ ਹੈ ਉਹਦੇ ਬੱਚਾ ਹੋਣ ਵਾਲਾ ਹੈ ਔਰ ਉਹ ਪਤੀ ਦੇ ਜ਼ੁਲਮਾਂ ਨੂੰ ਉਹ ਸਹਿ ਰਹੀ ਹੈ ਔਰ ਇੱਕ ਦਿਨ ਰੋਂਦੀ ਹੋਈ ਜੰਗਲਾਂ ਵਿੱਚ ਜਾ ਰਹੀ ਹੈ ਲੱਕੜੀਆਂ ਚੁਣਨ, ਔਰ ਜੰਗਲਾਂ ਦੇ ਵਿੱਚ ਆਕਾਸ਼ ਵੱਲ ਮੂੰਹ ਕਰਕੇ ਬੋਲਦੀ ਹੈ ਕਿ ਹਮੇਸ਼ਾ ਪੁਰਸ਼ ਬੋਲਦਾ ਹੈ, ਹਮੇਸ਼ਾ ਦਰਮੋ ਬੋਲਦਾ ਹੈ ਔਰ ਜਿਹੜੀ ਹੈ ਗਰਤਮੀ ਨੂੰ ਸੁਣਨਾ ਪੈਂਦਾ ਹੈ, ਇਸਤਰੀ ਨੂੰ ਸੁਣਨਾ ਪੈਂਦਾ ਹੈ। ਕੀ ਕਦੀ ਕੋਈ ਐਸਾ ਸਮਾਂ ਵੀ ਆਏਗਾ ਜਦੋਂ ਇਸਤਰੀ ਬੋਲੇ, ਧਰਤੀ ਬੋਲੇ ਔਰ ਆਕਾਸ਼ ਸੁਣੇ, ਦਰਮੂ ਬੋਲੇ ਨਹੀਂ ਗਰਤਮੀ ਬੋਲੇ ਤਾਂ ਦਰਮੂ ਸੁਣੇ? ਤਾਂ ਉਹ ਕਹਾਣੀ ਅੱਗੇ ਹੀ ਹੈ ਕਿ ਉਸ ਇਸਤਰੀ ਦਾ ਬੱਚਾ ਹੁੰਦਾ ਹੈ, ਬੇਟਾ ਹੁੰਦਾ ਹੈ ਔਰ ਬੇਟੇ ਨੂੰ ਨਵਾ ਕੇ ਇੱਕ ਦਿਨ ਆਪਣੀ ਗੋਦੀ 'ਚ ਪਾਉਂਦੀ ਹੈ ਤੇ ਇੱਕ ਆਕਾਸ਼ਵਾਣੀ ਹੁੰਦੀ ਹੈ। ਆਕਾਸ਼ਵਾਣੀ ਇਹ ਹੁੰਦੀ ਹੈ ਕਿ ਹੁਣ ਜਿਹੜਾ ਪੁਰਸ਼ ਹੈ ਉਹ ਇਸਤਰੀ ਦੀ ਗੋਦ ਵਿੱਚ ਹੈ, ਹੁਣ ਆਕਾਸ਼ ਧਰਤੀ ਦੀ ਗੋਦ ਵਿੱਚ ਹੈ, ਹੁਣ ਦਰਮੂ ਗਰਤਮੀ ਦੀ ਗੋਦ ਵਿੱਚ ਹੈ। ਹੁਣ ਗਰਤਮੀ ਬੋਲੇਗੀ, ਦਰਮੂ ਸੁਣੇਗਾ, ਧਰਤੀ ਬੋਲੇਗੀ ਤਾਂ ਆਕਾਸ਼ ਸੁਣੇਗਾ। ਕਹਾਣੀ ਦੇ ਪਿੱਛੇ ਜਿਹੜੀ ਸਮਝ ਹੈ ਉਹ ਸਮਝ ਇਹ ਹੈ ਕਿ ਬਹੁਤ ਜ਼ਰੂਰਤ ਹੈ ਕਿ ਜਦੋਂ ਬੱਚਾ ਗੋਦ ਵਿੱਚ ਹੈ ਮਾਂ ਦੇ, तो अपनी फीड दे विच वैल्यू सिस्टम पा देवे, चरण पा देवे, संस्कार पा देवे, पा देवे। तो एज माता पिता, एज पेरेंट, उसदे नाते असीं चाहते हैं कि जे समाज विच साडे, जे समाज दी मानसिकता बदलनी है, साडे बच्चे ओबीडिएंट होण, साडे बच्चे धर्म नाल जुड़न, साडे बच्चे नशियां तो बच्चे रहन, सेहतमंद रहन, एक चंगा ते जिम्मेवार इंसान बनन, सुचज्जे ढंग नाल जो है वो समाज दे विच चलन, तां फिर उन्हां दी परवरिश जिहड़ी है, जदों आकाश धरती दी गोद विच है, जदों बच्चा है उसकी परवरिश बड़े सुचज्जे ढंग नाल करिए। पिछे जे एक मैडिकल खोज हुई जो लगभग 10 साल चली और रिपोर्ट अनुसार जेड़े बच्चों नूं माँ बाप तो चंगी परवरिश मिली, जेड़े बच्चे धर्म नाल जुड़े रहे, जेड़े बच्चे बाणी नाल जुड़े रहे, गुरमत नाल जुड़े रहे, उन्होंने बचपन दे विच वैल्यू सिस्टम का बोध करवाया गया, वो बिहेवियर वाइज बहुत अव्वल सी, वो बधेरे शांतमई सी, वो पढ़ाई में बड़े बड़े ज्यादा जेड़े सी होशियार सी, तन ते मन दे विच तंदुरुस्त सी। ये 10 साल की रिपोर्ट ने किया कि जेड़े बच्चों नूं एनवायरमेंट चंगा मिलिया, जेड़े बच्चों के माँ बाप ने उन्होंने परवरिश की, जिवें भावना मलिक ने एक बड़ी खूबसूरत बाणी दी लाइन के 3 धन जनेंदी माओ आए सफल सफल से, उन्हां मावां दी गुरु ग्रंथ साहिब दे विच कितनी वड्डी उस्तत कीती गई है, क्योंकि मां जिहड़ी है वो बच्चे नूं एक स्लेट विच जो मर्जी लिख देवे, वो बच्चे नूं जिहड़ी है एक बड़ा वड्डा महान संत वॉरियर भी बना सकती है, और अगर मां थोड़ी जी अवेसली हो जाए तो बच्चा माड़े पासे भी जा सकता है। तो मेरी हाथ जोड़ के सारिਆਂ ਨੂੰ बेनती कि गुरु ग्रंथ साहिब जो हिस्टोरिकली भी इतिहासिक तौर पर भी साडा इतिहास और गुरु ग्रंथ साहिब ਨੂੰ देखिए ਤਾਂ ਮੈਨੂੰ लगता है कि सानू गुरु ग्रंथ साहिब ਨੂੰ पढ़ के समझना चाहिए और उस तो बाद अमल करना है। और अमल होया है कि मैं मावां ਨੂੰ खास करके, क्योंकि सब्जेक्ट विशा नारी चेतना है, मैं ये ਤੁਹਾਨੂੰ कह के ये नहीं कहना चाहता कि पिता का कोई रोल नहीं है, पिता का भी बहुत बड़ा रोल है, पर मां का रोल जिहड़ा है वो बहुत बड़ा है। तो मेरी हाथ जोड़ के बेनती है कि बच्चों की परवरिश एक चंगे माहौल विच होवे, ताकि बच्चे जिहड़े एक चंगे इंसान बन सकन, एक चंगे धर्म नाल जुड़े रहन, एक चंगी कौम जिहड़ी है वो साडे सामने आएगी।
ਔਰ ਇਹ ਜਿਹੜਾ ਅਸੀਂ ਬਿਖਰਾਵ ਦੇਖ ਰਹੇ ਹਾਂ, ਇਸ ਬਿਖਰਾਵ ਤੋਂ ਅਸੀਂ ਦੂਰ ਹੋ ਜਾਵਾਂਗੇ। तो मैं इतनी आज बेनतियां, अगले शनिचरवार रात 8 बजे ਅਸੀਂ ਫਿਰ ਮਿਲਾਂਗੇ। तब तक वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह।